पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਫਤਿਹ अर्ज करदी हाँ जी। वाहिगुरू जी का खालसा वाहिगुरू जी की फतेह। किताब सिखां दी सिद्धांतक घेराबंदी भाग 11वां पन्ना नंबर 222। ਗਿਆਨ ਦੇ ਮਾਰਗ ਦਾ ਸੱਚ ਕੀ ਹੈ? ਵਿਗਿਆਨ, ਤਰਕਸ਼ੀਲਤਾ ਤੇ ਮਾਨਵਵਾਦ। 20ਵੀਂ ਸਦੀ ਦੇ ਅੰਤਲੇ ਚਿੰਨ੍ਹ ਪੁਲਾੜ ਖੋਜਾਂ ਤੇ ਕੰਪਿਊਟਰ ਨਹੀਂ ਹਨ, ਬਲਕਿ ਗੈਸ ਚੈਂਬਰ ਤੇ ਹੀਰੋਸ਼ੀਮਾ ਹਨ। ਆਸ਼ੀਸ਼ ਨੰਦੀ। ਅਜੋਕੇ ਯੁੱਗ ਦੀ ਵਿਗਿਆਨ ਦਾ ਯੁੱਗ ਕਹਿ ਕੇ ਜੈ ਜੈਕਾਰ ਕਰਨ ਦਾ ਰਿਵਾਜ ਬੇਹੱਦ ਆਮ ਪ੍ਰਚਲਿਤ ਹੈ। ਇਸ ਦਾ ਆਗਾਜ਼ 3 ਸਦੀਆਂ ਪਹਿਲਾਂ ਪੱਛਮ ਦੀ ਗਿਆਨਵਾਦੀ ਲਹਿਰ ਇਨਲਾਈਟਮੈਂਟ ਨਾਲ ਹੋਇਆ ਮੰਨਿਆ ਜਾਂਦਾ ਹੈ, ਜਿਸ ਦਾ ਮੂਲ ਆਦਰਸ਼ ਮਨੁੱਖੀ ਦਿਮਾਗਾਂ ਨੂੰ ਰੁਸ਼ਨਾਉਣਾ ਅਰਥਾਤ ਮਨੁੱਖੀ ਬੁੱਧੀ ਨੂੰ ਵਿਗਿਆਨ ਮੁਖੀ ਗਿਆਨ ਦੀ ਸਹਾਇਤਾ ਨਾਲ ਪੁਰਾਤਨ ਪੰਥੀ ਵਿਚਾਰਾਂ ਤੇ ਵਿਸ਼ਵਾਸਾਂ ਦੇ ਅੰਧਕਾਰ ਜਾਲ ਤੋਂ ਸੁਰਖਰੂ ਕਰਨਾ ਮਿਥਿਆ ਗਿਆ ਸੀ। ਵਿਗਿਆਨ ਤੇ ਤਕਨਾਲੋਜੀ ਦੀ ਸਹਾਇਤਾ ਨਾਲ ਅੰਧਾਧੁੰਦ ਵਿਕਾਸ ਵਿੱਚ ਸ਼ਕਤੀਵਰ ਵਿਸ਼ਵਾਸ ਇਸ ਯੁੱਗ ਦੀ ਆਤਮਾ ਹੈ। ਇਹ ਇੱਕ ਅਜਿਹੀ ਵਿਚਾਰਧਾਰਾ ਤੇ ਪ੍ਰਕਿਰਿਆ ਹੈ ਜੋ ਵਿਸ਼ਵ ਨੂੰ ਵਿਗਿਆਨ, ਤਕਨਾਲੋਜੀ ਅਤੇ ਤਰਕ ਰਾਹੀਂ ਏਕਤਾ ਵਿੱਚ ਬੰਨ੍ਹਣ ਦਾ ਯਤਨ ਕਰਦੀ ਹੈ। ਇਸ ਦੀ ਵੱਡੀ ਖਾਸੀਅਤ ਸਥਾਨਕ ਨੂੰ ਹਜ਼ਮ ਕਰਨਾ, ਤਰਕ ਨੂੰ ਅਤਾਰਕਿਕ ਦੀ ਹੱਦ ਤੱਕ ਪਹੁੰਚਾਉਣਾ ਹੈ। ਸਾਰੇ ਜਗਤ ਲਈ ਇੱਕ ਵੱਡੇ ਪ੍ਰਬੰਧ ਜਾਂ ਪਰਮ ਬਿਰਤਾਂਤ ਰਾਹੀਂ, ਭਾਵੇਂ ਉਹ ਪੂੰਜੀਵਾਦ ਹੋਵੇ ਜਾਂ ਸਮਾਜਵਾਦ, ਮੁਕਤੀ ਦਾ ਆਦਰਸ਼ ਦੇਣਾ ਹੈ। ਗਿਆਨਵਾਦੀ ਚਿੰਤਨ ਨੇ ਤਰਕਵਾਦ ਨੂੰ ਦਰਸ਼ਨ ਵਜੋਂ ਸਥਾਪਿਤ ਕੀਤਾ ਅਤੇ ਤਰਕਸ਼ੀਲ ਮਨੁੱਖ ਤੇ ਉਸ ਦੀਆਂ ਤਾਰਕਿਕ ਸੰਸਥਾਵਾਂ ਨੂੰ ਮੁਕਤੀ ਤੇ ਖੇੜੇ ਵੱਲ ਲੈ ਜਾਣ ਵਾਲੇ ਆਦਰਸ਼ ਵਜੋਂ ਪੇਸ਼ ਕੀਤਾ ਹੈ। ਕੁਦਰਤ ਉੱਤੇ ਭਾਰੂ ਹੋਣ ਦਾ ਲਕਸ਼ ਤੇ ਏਜੰਡਾ ਮਿਥਿਆ ਗਿਆ। ਇਸ ਪ੍ਰਬਲ ਵਿਸ਼ਵਾਸ ਤੇ ਉਮੀਦ ਨਾਲ ਪਿਛਲੀਆਂ 3 ਸਦੀਆਂ ਅੰਦਰ ਮਨੁੱਖ ਨੇ ਵਿਕਾਸ ਦੇ ਖੇਤਰ ਵਿੱਚ ਬਹੁਤ ਹੀ ਅਚੰਭਾਜਨਕ ਮੱਲਾਂ ਮਾਰੀਆਂ ਹਨ। 20ਵੀਂ ਸਦੀ ਅੰਦਰ ਤਾਂ ਸਾਇੰਸ ਤੇ ਤਕਨਾਲੋਜੀ ਦੇ ਖੇਤਰ ਅੰਦਰ ਹੈਰਾਨੀਜਨਕ ਤਰੱਕੀ ਕੀਤੀ ਗਈ। ਪੁਲਾੜ ਵਿਗਿਆਨ ਤੋਂ ਲੈ ਕੇ ਡਾਕਟਰੀ ਵਿੱਦਿਆ ਤੱਕ ਹਰ ਖੇਤਰ ਵਿੱਚ ਨਵੀਆਂ ਨਵੇਲੀਆਂ ਕਾਢਾਂ ਕੱਢੀਆਂ ਤੇ ਲੱਭਤਾਂ ਲੱਭੀਆਂ ਗਈਆਂ, ਜਿਨ੍ਹਾਂ ਸਦਕਾ ਮਨੁੱਖ ਅੰਦਰ ਕੁਦਰਤ ਉੱਤੇ ਵੱਡੇ ਦਰਜੇ ਤੱਕ ਪ੍ਰਭੁਤਾ ਹਾਸਲ ਕਰ ਲੈਣ ਦਾ ਭਰੋਸਾ ਤੇ ਭਰਮ ਪੈਦਾ ਹੋਇਆ ਹੈ। ਇਸ ਨਾਲ ਜਿੱਥੇ ਮਾਨਵਤਾ ਦੇ ਇੱਕ ਵਰਗ ਦਾ ਗਿਆਨਵਾਦੀ ਲਹਿਰ ਦੇ ਮੂਲ ਆਦਰਸ਼ਾਂ ਵਿੱਚ ਵਿਸ਼ਵਾਸ ਹੋਰ ਗੂੜਾ ਹੋਇਆ ਹੈ, ਉੱਥੇ ਪਿਛਲੀ ਅੱਧੀ ਪੌਣੀ ਸਦੀ ਦੇ ਦੌਰਾਨ ਵਾਪਰੇ ਕੁਝ ਮਹਾ ਵਿਨਾਸ਼ਕਾਰੀ ਵਰਤਾਰਿਆਂ, ਆਲਮੀ ਜੰਗਾਂ, ਨਾਜ਼ੀਵਾਦ, ਫਾਸ਼ੀਵਾਦ, ਸਮਾਜਵਾਦੀ ਰਾਜਾਂ ਅੰਦਰ ਸਰਬ ਸੱਤਾਵਾਦ, ਹਿੰਸਾ ਤੇ ਕਤਲੋਗਾਰਤ ਵਿੱਚ ਅਸੀਮ ਵਾਧਾ, ਮਨੁੱਖੀ ਆਚਰਣ ਵਿੱਚ ਆਇਆ ਨਿਘਾਰ, ਵਾਤਾਵਰਨ ਦੀ ਭਿਅੰਕਰ ਤਬਾਹੀ ਆਦਿ ਵੱਲ ਵੇਖ ਕੇ ਮਨੁੱਖਤਾ ਦੇ ਇੱਕ ਸੂਖਮ ਭਾਵੀ ਚਿੰਤਨਸ਼ੀਲ ਵਰਗ ਦਾ ਗਿਆਨਵਾਦੀ ਲਹਿਰ ਦੇ ਬੁਨਿਆਦੀ ਆਦਰਸ਼ਾਂ ਤੇ ਦਾਅਵਿਆਂ ਤੋਂ ਮੋਹ ਭੰਗ ਹੋ ਗਿਆ ਹੈ। ਮਾਨਵਵਾਦ ਨਾਲ ਤਹਿ ਦਿਲੋਂ ਪ੍ਰਤੀਬੱਧ ਕੁਝ ਕੁ ਚਿੰਤਕਾਂ ਨੇ ਠੋਸ ਅਮਲੀ ਨਤੀਜਿਆਂ ਦੀ ਰੌਸ਼ਨੀ ਵਿੱਚ ਇਹਨਾਂ ਆਦਰਸ਼ਾਂ ਤੇ ਦਾਅਵਿਆਂ ਦੀ ਪੜਚੋਲਵੀਂ ਛਾਣਬੀਣ ਕਰਦੇ ਹੋਏ ਕੁਝ ਬੁਨਿਆਦੀ ਸਵਾਲ ਖੜੇ ਕੀਤੇ ਹਨ। ਹੁਣ ਤੱਕ ਹੋਏ ਸਮੁੱਚੇ ਵਿਕਾਸ ਵੱਲ ਵੇਖਦਿਆਂ ਸਭ ਨਾਲੋਂ ਵੱਡਾ ਤੇ ਬੁਨਿਆਦੀ ਸਵਾਲ ਇਹ ਖੜਾ ਹੋ ਗਿਆ ਹੈ ਕਿ ਮਾਨਵੀ ਵਿਕਾਸ ਦਾ ਅਸਲੀ ਭਾਵ ਕੀ ਹੈ? ਕਿ ਇਸ ਦਾ ਭਾਵ ਨਿਰੋਲ ਪਦਾਰਥਕ ਤਰੱਕੀ, ਮਟੀਰੀਅਲ ਪ੍ਰੋਗਰੈਸ ਲਿਆ ਜਾਣਾ ਚਾਹੀਦਾ ਹੈ ਕਿ ਇਸ ਨੂੰ ਸਦਾਚਾਰਕ ਮੋਰਲ ਪਹਿਲੂ ਤੋਂ ਵੱਖ ਕੀਤਾ ਜਾ ਸਕਦਾ ਹੈ? ਜੇਕਰ ਮਾਨਵੀ ਵਿਕਾਸ ਦਾ ਅਸਲੀ ਭਾਵ ਦੋਨੋਂ ਮਾਦੀ ਤੇ ਸਦਾਚਾਰਕ ਤਰੱਕੀ ਹੈ, ਤਾਂ ਵਿਗਿਆਨ ਤੇ ਤਕਨਾਲੋਜੀ ਦੀ ਸਹਾਇਤਾ ਨਾਲ ਹੁਣ ਤੱਕ ਜੋ ਵਿਕਾਸ ਹੋਇਆ ਹੈ ਉਸ ਨੂੰ ਵੱਖਰੇ ਜਾਵੀਏ ਤੋਂ ਵੇਖਣ ਦੀ ਲੋੜ ਹੈ। ਇਸ ਵਿਕਾਸ ਦੇ ਆਸਰੇ ਮਨੁੱਖ ਕਲਪੇ ਹੋਏ ਟੀਚਿਆਂ ਸਾਰਿਆਂ ਲਈ ਪਦਾਰਥਕ ਖੁਸ਼ਹਾਲੀ ਤੇ ਰੂਹਾਨੀ ਆਨੰਦ ਦੇ ਕਿੰਨਾ ਕੁ ਕਰੀਬ ਪਹੁੰਚ ਸਕਿਆ ਹੈ। ਠੋਸ ਅਰਥਾਂ ਵਿੱਚ ਗੱਲ ਕਰਨੀ ਹੋਵੇ ਤਾਂ ਮਨੁੱਖ ਜਾਤੀ ਉਸ ਨੂੰ ਯਮ ਬਣ ਕੇ ਚੰਬੜੇ ਡਰਾਂ ਥੋੜ੍ਹਾ ਤੇ ਬੁਰਾਈਆਂ ਤੋਂ ਕਿੰਨੀ ਕੁ ਨਿਜਾਤ ਪਾ ਸਕੀ ਹੈ? ਕਿ ਇਹ ਪ੍ਰਬਲ ਸੱਚਾਈ ਨਹੀਂ ਹੈ ਕਿ ਇਸ ਰੇਖਕੀ ਵਿਕਾਸ ਨੇ ਜਿੱਥੇ ਇੱਕ ਬਾਹਰਲੇ ਵੀਰਾਨੇ ਉੱਤੇ ਫਤਿਹ ਹਾਸਲ ਕਰ ਲਈ ਹੈ, ਪਰ ਅੰਦਰ ਇੱਕ ਹੋਰ ਨਾ ਫਤਿਹ ਹੋਣ ਵਾਲਾ ਵੀਰਾਨਾ ਵੀ ਹੋਂਦ ਵਿੱਚ ਲੈ ਆਂਦਾ ਹੈ? ਕੀ ਹੁਣ ਇਹ ਗੱਲ ਪ੍ਰਤੱਖ ਨਹੀਂ ਹੋ ਗਈ ਕਿ ਗਿਆਨਵਾਦੀ ਲਹਿਰ ਦੁਆਰਾ ਛੋਹੇ ਗਏ ਉਦਮ ਆਪਣੇ ਮੂਲ ਖਾਸੇ ਪੱਖੋਂ ਹੀ ਅਨੈਤਿਕ ਹਨ ਅਤੇ ਇਹਨਾਂ ਵਿੱਚ ਜਿੰਨਾ ਕੁ ਵਿਕਾਸ ਦਾ ਦਮ ਹੈ ਉਸ ਤੋਂ ਕਿਤੇ ਵੱਧ ਵਿਨਾਸ਼ ਦੀਆਂ ਸੰਭਾਵਨਾਵਾਂ ਹਨ? ਇਸ ਬੱਜਰ ਹਕੀਕਤ ਤੋਂ ਕੌਣ ਮੁਨਕਰ ਹੋ ਸਕਦਾ ਹੈ ਕਿ ਮਨੁੱਖ ਨੇ ਧਰਤੀ ਉੱਤੇ ਤੇ ਪੁਲਾੜ ਵਿੱਚ ਵੀ ਅੱਤ ਦਰਜੇ ਦੇ ਵਿਨਾਸ਼ਕਾਰੀ ਹਥਿਆਰਾਂ ਦੇ ਜਿੰਨੇ ਭੰਡਾਰ ਜਮ੍ਹਾਂ ਕਰ ਰੱਖੇ ਹਨ, ਉਹਨਾਂ ਅੰਦਰ ਧਰਤੀ ਤੋਂ ਹਰ ਤਰ੍ਹਾਂ ਦੇ ਜੀਵਨ, ਸਗਲ ਮਨੁੱਖ ਜਾਤੀ ਦੇ ਨਾਲੋਂ ਨਾਲ ਹਰ ਕਿਸਮ ਦੇ ਜੀਵ ਜੰਤੂ ਤੇ ਵਣ ਤ੍ਰਿਣ ਦਾ ਨਾਮੋ ਨਿਸ਼ਾਨ ਮਿਟਾ ਦੇਣ ਦੀ ਸਮਰੱਥਾ ਹੈ।
ਚਕਾਚੌਂਧ ਕਰ ਦੇਣ ਵਾਲੀ ਸਾਰੀ ਪਦਾਰਥਕ ਤਰੱਕੀ ਦੇ ਬਾਵਜੂਦ ਮਨੁੱਖ ਰੂਹਾਨੀ ਤੌਰ ਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕੰਗਾਲ ਹੋ ਗਿਆ ਹੈ। ਉਸ ਦੀ ਹਿਰਸ ਦਾ ਕੋਈ ਹੱਦ ਬੰਨਾ ਨਹੀਂ ਰਿਹਾ। ਹਰ ਕਿਸਮ ਦੇ ਵਿਸ਼ੇ ਵਿਕਾਰ ਵਧੇ ਹਨ, ਘਟੇ ਨਹੀਂ। ਸੰਸਾਰ ਅੰਦਰ ਆਰਥਿਕ ਨਾ ਬਰਾਬਰੀ, ਸਮਾਜੀ ਵਿਤਕਰਾ, ਰਾਜਸੀ ਦਾਬਾ ਤੇ ਜਬਰ, ਅੰਨਿਆਂ, ਜ਼ੁਲਮੋ ਤਸ਼ੱਦਦ, ਜੁਰਮ, ਹਿੰਸਾ, ਝਗੜੇ, ਵਿਖਾਦ, ਖੂਨੀ ਜੰਗਾਂ, ਸਮੂਹਕ ਕਤਲੇਆਮ ਤੇ ਨਸਲਕੁਸ਼ੀ ਦੀਆਂ ਵਾਰਦਾਤਾਂ ਵਿੱਚ ਔੜਕਾਂ ਦਾ ਵਾਧਾ ਆਇਆ ਹੈ। ਵਾਤਾਵਰਣ ਇਸ ਹੱਦ ਤੱਕ ਪਲੀਤ ਹੋ ਗਿਆ ਹੈ ਕਿ ਮਾਨਵ ਜਾਤੀ ਦੇ ਸਿਰ ਤੇ ਸਰਬਨਾਸ਼ ਦਾ ਖਤਰਾ ਮੰਡਰਾਉਣ ਲੱਗਾ ਹੈ। ਤਕਨਾਲੋਜੀ ਦੇ ਖੇਤਰ ਵਿੱਚ ਪੁੱਟੀ ਗਈ ਹਰ ਨਵੀਂ ਪੁਲਾਂਘ ਮਾਨਵਤਾ ਨੂੰ ਸਰਬਨਾਸ਼ ਦੇ ਹੋਰ ਨੇੜੇ ਲਿਜਾ ਰਹੀ ਹੈ। ਮਨੁੱਖ ਜਿੰਨਾ ਵੱਧ ਤਰਕਸ਼ੀਲ ਹੋਈ ਜਾ ਰਿਹਾ ਹੈ, ਉਨਾ ਹੀ ਜ਼ਿਆਦਾ ਅਨੈਤਿਕ ਬਣੀ ਜਾ ਰਿਹਾ ਹੈ। 3 ਸਦੀਆਂ ਦੇ ਮਾਰੋ-ਮਾਰ ਕਰਦੇ ਵਿਕਾਸ ਤੋਂ ਬਾਅਦ ਜੇਕਰ ਸਾਰਾ ਹੀ ਹਿਸਾਬ ਕਿਤਾਬ ਇੰਨਾ ਗਲਤ-ਮਲਤ ਹੋ ਗਿਆ ਹੈ ਤਾਂ ਇਸ ਦੇ ਕਾਰਨ ਮਾਮੂਲੀ ਜਾਂ ਸਤਹੀ ਨਹੀਂ ਹੋ ਸਕਦੇ। ਸਾਫ਼ ਹੈ ਕਿ ਕਿਤੇ ਬੁਨਿਆਦ ਵਿੱਚ ਵੀ ਵੱਡੀ ਕਾਣ ਹੈ। ਇਸ ਸਾਰੇ ਵਰਤਾਰੇ ਦਾ ਗਹਿਰਾ ਤੇ ਸਰਬਪੱਖੀ ਵਿਸ਼ਲੇਸ਼ਣ ਕਰਨ ਤੋਂ ਬਾਅਦ ਮਾਨਵਵਾਦ ਨਾਲ ਸੱਚੇ ਦਿਲੋਂ ਪ੍ਰਤੀਬੱਧ ਚਿੰਤਕਾਂ ਦਾ ਇੱਕ ਵਰਗ ਇਸ ਨਿਰਣੇ ਤੇ ਅਪੜਿਆ ਹੈ ਕਿ ਗਿਆਨਵਾਦੀ ਲਹਿਰ ਦਾ ਮੁੱਢਲਾ ਦਿਸ਼ਾਮਾਨ ਤੇ ਇਸ ਦੇ ਬੁਨਿਆਦੀ ਆਦਰਸ਼ ਹੀ ਪੂਰੇ ਦੇ ਪੂਰੇ ਗਲਤ ਤੇ ਕੁਰਾਹੇ ਭਰੇ ਸਨ। ਵਿਗਿਆਨ ਮੁਖੀ ਕਲਚਰ ਬਾਰੇ ਉਹਨਾਂ ਦੇ ਮੁੱਖ ਇਤਰਾਜ਼ ਸੰਖੇਪ ਵਿੱਚ ਇਸ ਪ੍ਰਕਾਰ ਹਨ। ਪਹਿਲਾ, ਵਿਗਿਆਨ ਦਾ ਪੱਖਪਾਤੀ ਚਰਿੱਤਰ। ਵਿਗਿਆਨ ਦਾ ਸਾਇੰਸ ਨੂੰ ਆਮ ਤੌਰ ਤੇ ਨਿਰਪੱਖ ਭਾਵੀ ਸਮਝਿਆ ਜਾਂਦਾ ਹੈ। ਆਮ ਪ੍ਰਚਲਿਤ ਧਾਰਨਾ ਮੁਤਾਬਕ ਇਹ ਗਿਆਨ ਹਾਸਲ ਕਰਨ ਦੀ ਇੱਕ ਅਜਿਹੀ ਵਿਧੀ ਹੈ ਜਿਸ ਨਾਲ ਭੌਤਿਕ ਤੇ ਸਮਾਜੀ ਚੁਗਿਰਦੇ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ ਅਤੇ ਇਹ ਬੁਰੀ ਉਦੋਂ ਬਣਦੀ ਹੈ ਜਦੋਂ ਬੁਰੇ ਲੋਕਾਂ ਵੱਲੋਂ ਇਸ ਦੀ ਗਲਤ ਉਦੇਸ਼ਾਂ ਲਈ ਵਰਤੋਂ ਕੀਤੀ ਜਾਂਦੀ ਹੈ। ਪਰ ਅਮਲੀ ਤਜਰਬੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਇੰਸ ਦੇ ਨਿਰਪੱਖ ਭਾਵੀ ਹੋਣ ਬਾਰੇ ਬਣੀ ਤੇ ਪ੍ਰਚਾਰੀ ਗਈ ਇਹ ਧਾਰਨਾ ਸਹੀ ਨਹੀਂ ਹੈ। ਸਾਇੰਸ ਆਪਣੇ ਮੂਲ ਖਾਸੇ ਦੇ ਅਨੁਕੂਲ ਇੱਕ ਵਿਸ਼ੇਸ਼ ਤਰ੍ਹਾਂ ਦਾ ਸੱਭਿਆਚਾਰ, ਇੱਕ ਖਾਸ ਕਿਸਮ ਦੀ ਮਾਨਸਿਕਤਾ ਸਿਰਜਦੀ ਹੈ ਜਿਹੜੀ ਮਨੁੱਖ ਨੂੰ ਨਾ ਸਿਰਫ ਮਾਨਵਤਾ ਵਿਰੋਧੀ ਘਿਨਾਉਣੇ ਜੁਰਮ ਕਰਨ ਦੀ ਮੱਤ ਤੇ ਪ੍ਰੇਰਨਾ ਦਿੰਦੀ ਹੈ, ਸਗੋਂ ਇਹਨਾਂ ਜੁਰਮਾਂ ਦੀ ਵਾਜਬੀਅਤ ਵੀ ਮੁਹੱਈਆ ਕਰਦੀ ਹੈ। ਸਾਇੰਸ ਤੇ ਤਕਨਾਲੋਜੀ ਮਨੁੱਖੀ ਇੱਛਾ ਦੇ ਨਿਰਪੱਖ ਸੰਦ ਵਸੀਲੇ ਨਹੀਂ ਹਨ ਜਿਵੇਂ ਕਿ ਆਮ ਸਮਝ ਲਿਆ ਜਾਂ ਪੇਸ਼ ਕੀਤਾ ਜਾਂਦਾ ਹੈ। ਤਜਰਬੇ ਨੇ ਇਹ ਗੱਲ ਭਰਪੂਰ ਮਾਤਰਾ ਵਿੱਚ ਪ੍ਰਗਟ ਕਰ ਦਿੱਤੀ ਹੈ ਕਿ ਸਾਇੰਸ ਤੇ ਤਕਨਾਲੋਜੀ ਨੇ ਮਨੁੱਖ ਦੀ ਤਾਕਤ ਦੀ ਵਰਤੋਂ ਕਰਨ ਦੀ ਸ਼ਕਤੀ ਵਿੱਚ ਜਿੰਨਾ ਅਸੀਮ ਵਾਧਾ ਕਰ ਦਿੱਤਾ ਹੈ, ਇਸ ਨਾਲ ਉਸ ਅੰਦਰ ਮੂਲ ਰੂਪ ਵਿੱਚ ਮਾਨਵ ਵਿਰੋਧੀ ਸੋਚ ਅਤੇ ਮਾਨਵ ਦੋਖੀ ਸਮਾਜੀ ਨੀਤੀਆਂ ਤੇ ਕਾਰਨਾਮਿਆਂ ਦਾ ਅਮੋੜ ਝੁਕਾਅ ਪੈਦਾ ਹੋਇਆ ਹੈ। ਸਾਇੰਸ ਤੇ ਤਕਨਾਲੋਜੀ ਦੇ ਖੇਤਰ ਵਿੱਚ ਪੁੱਟੀ ਗਈ ਹਰ ਪੁਲਾਂਘ ਨਾਲ ਮਨੁੱਖੀ ਜੀਵਾਂ ਦੇ ਅਧਿਆਤਮਕ ਰੁਤਬੇ ਵਿੱਚ ਹੋਰ ਨਿਘਾਰ ਆਇਆ ਹੈ। ਰਵਾਇਤੀ ਸਮਾਜਾਂ ਅੰਦਰ ਦੂਜੇ ਮਨੁੱਖਾਂ ਨੂੰ ਆਪਣੇ ਸਹਿਚਾਰੀ ਹੋਣ ਦੇ ਨਾਤੇ ਸਵੀਕਾਰ ਕਰਨ ਦੀ ਭਾਵਨਾ ਨਾਲ ਵੇਖਿਆ ਜਾਂਦਾ ਸੀ, ਪਰੰਤੂ ਆਧੁਨਿਕ ਸੱਭਿਅਤਾ ਅੰਦਰ ਦੂਜੇ ਮਨੁੱਖਾਂ ਨੂੰ ਸਿਰਫ ਇੱਕ ਪਦਾਰਥ ਦੇ ਤੌਰ ਤੇ ਵੇਖਿਆ ਸਮਝਿਆ ਜਾਣ ਲੱਗਾ ਹੈ। ਆਤਮ ਲਗਭਗ ਗੈਰ ਹਾਜ਼ਰ ਹੋ ਗਿਆ ਹੈ ਜਾਂ ਇੱਕ ਉਪਯੋਗੀ ਅੰਗ ਬਣ ਗਿਆ ਹੈ। ਜਦੋਂ ਮਨੁੱਖ ਨੂੰ ਨਿਰੋਲ ਸਥੂਲ ਜਗਤ ਦਾ ਇੱਕ ਸਥੂਲ ਤੱਤ, ਇੱਕ ਵਸਤੂ ਮੰਨ ਲਿਆ ਜਾਂਦਾ ਹੈ ਤਾਂ ਮਨੁੱਖ ਨਾਲ ਮਨੁੱਖ ਦਾ ਰਿਸ਼ਤਾ ਸਹਿਚਾਰ ਵਾਲਾ ਨਹੀਂ, ਵਪਾਰਕ ਅਰਥਾਂ ਵਿੱਚ ਲੈਣ ਦੇਣ ਵਾਲਾ ਬਣ ਜਾਂਦਾ ਹੈ। ਮਾਨਵਤਾ ਮਨਫੀ ਹੋ ਜਾਂਦੀ ਹੈ। ਆਧੁਨਿਕ ਵਿਗਿਆਨ ਦੀਆਂ ਕੇਂਦਰੀ ਕਦਰਾਂ ਕੀਮਤਾਂ ਨੂੰ ਜਦੋਂ ਨਿਹੰਕਲੰਕ ਮੰਨ ਲਿਆ ਜਾਂਦਾ ਹੈ ਅਤੇ ਇਹਨਾਂ ਨੂੰ ਮਨੁੱਖੀ ਵਿਵੇਕ ਅੰਦਰ ਹਰਫੇ ਆਖਿਰ ਸਮਝ ਲਿਆ ਜਾਂਦਾ ਹੈ ਤਾਂ ਇਸ ਚੋਂ ਅਲਚਕ ਕੱਟੜਤਾ ਪੈਦਾ ਹੁੰਦੀ ਹੈ। ਭਾਵੇਂ ਬਾਹਰੀ ਅੰਦਾਜ਼ ਧਾਰਮਿਕ ਕੱਟੜਤਾ ਨੂੰ ਨੰਦਣ ਤੇ ਇਸ ਵਿਰੁੱਧ ਜਹਾਦ ਛੇੜਨ ਦਾ ਅਖਤਿਆਰ ਕੀਤਾ ਜਾਂਦਾ ਹੈ, ਪਰ ਅਮਲ ਵਿੱਚ ਸਾਇੰਸ ਨੂੰ ਇੱਕ ਧਰਮ, ਸਗੋਂ ਮਹਾਧਰਮ ਦੇ ਰੂਪ ਵਿੱਚ ਕਬੂਲ ਕਰ ਲਿਆ ਜਾਂਦਾ ਹੈ। ਇਸ ਵਿੱਚ ਅੰਨੀ ਸ਼ਰਧਾ ਪ੍ਰਗਟਾਈ ਜਾਂਦੀ ਹੈ। ਅਮਲੀ ਰੂਪ ਵਿੱਚ ਸਾਇੰਸ ਨੂੰ ਇਲਹਾਮ ਦਾ ਪਵਿੱਤਰ ਦਰਜਾ ਦੇ ਦਿੱਤਾ ਜਾਂਦਾ ਹੈ। ਮਨੀਪਾਲ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾਕਟਰ BM ਹੈਗੜੇ ਨੇ ਸਾਇੰਸਦਾਨਾਂ ਦੇ ਇਹਨਾਂ ਦਾਅਵਿਆਂ ਕਿ ਸਿਰਫ ਸਾਇੰਸ ਹੀ ਪ੍ਰਮਾਣਿਕ ਹੈ ਤੇ ਇਸ ਤੋਂ ਬਿਨਾਂ ਬਾਕੀ ਸਭ ਅਸੱਤ ਹੈ ਅਤੇ ਆਧੁਨਿਕ ਵਿਗਿਆਨ ਤੇ ਆਧਾਰਿਤ ਗਿਆਨ ਦਾ ਮਾਰਗ ਹੀ ਮਨੁੱਖੀ ਵਿਵੇਕ ਦਾ ਇੱਕਮਾਤਰ ਰਾਹ ਹੈ, ਨੂੰ ਲੰਮੇ ਹੱਥੀਂ ਲਿਆ ਹੈ। ਉਸਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਬਦ ਦੇ ਅਸਲੀ ਅਰਥਾਂ ਵਿੱਚ ਸਾਇੰਸ ਇਸ ਬ੍ਰਹਿਮੰਡ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦੀ ਇੱਕ ਜੁਗਤ ਹੈ। ਇਸ ਦ੍ਰਿਸ਼ਟੀ ਤੋਂ ਸਾਇੰਸ ਇੱਕ ਉੱਤਮ ਅਭਿਆਸ ਹੈ, ਪਰੰਤੂ ਗਿਆਨ ਦੇ ਹੋਰਨਾਂ ਸਭਨਾਂ ਖੇਤਰਾਂ ਨੂੰ ਰੱਦ ਕਰਕੇ ਸਾਇੰਸ ਨੂੰ ਮਨੁੱਖੀ ਵਿਵੇਕ ਦਾ ਸਭ ਕੁਝ ਸਮਝ ਲੈਣਾ ਮੂਰਖਤਾ ਤੇ ਕਮ ਦ੍ਰਿਸ਼ਟੀ ਦੀ ਇੰਤਹਾ ਹੈ।
ਸਾਇੰਸਦਾਨਾਂ ਨੂੰ ਆਪਣੇ ਅਜਿੱਤ ਹੋਣ ਦਾ ਇੰਨਾ ਵੱਡਾ ਭਰਮ ਹੈ ਕਿ ਉਹਨਾਂ ਕੋਲ ਕੋਈ ਹੋਰ ਦੂਸਰਾ ਵਿਚਾਰ ਸੁਣ ਸਕਣ ਦਾ ਧੀਰਜ ਨਹੀਂ ਰਿਹਾ। ਉਸਨੇ ਨਿਚੋੜ ਕੱਢਦਿਆਂ ਕਿਹਾ ਹੈ ਕਿ ਸਾਇੰਸ ਨੂੰ ਸੱਚਾਈ ਦਾ ਬਹੁਤ ਹੀ ਥੋੜ੍ਹਾ ਇਲਮ ਹੈ। ਇਸ ਤੋਂ ਬਿਨਾਂ ਵੀ ਮਨੁੱਖੀ ਵਿਵੇਕ ਦੀਆਂ ਜੇਕਰ ਇਸ ਨਾਲੋਂ ਵੱਧ ਚੰਗੀਆਂ ਨਹੀਂ ਤਾਂ ਇੰਨੀਆਂ ਹੀ ਬਿਹਤਰ ਹੋਰ ਵਿਧੀਆਂ ਵੀ ਮੌਜੂਦ ਹਨ। ਪੱਛਮ ਦੇ ਆਧੁਨਿਕ ਵਿਗਿਆਨ ਦੇ ਪੈਦਾ ਹੋਣ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਤਾਂ ਇੱਥੇ ਮਨੁੱਖ ਜਾਤੀ ਰਹਿੰਦੀ ਰਹੀ ਹੈ ਅਤੇ ਕੁਝ ਪੁਰਾਤਨ ਸੱਭਿਅਤਾਵਾਂ ਨੇ ਆਪਣੇ ਹੀ ਹਿਸਾਬ ਨਾਲ ਗਿਆਨ ਤੇ ਮਨੁੱਖੀ ਵਿਕਾਸ ਦੀਆਂ ਸਿਖਰਾਂ ਛੂਹੀਆਂ ਹਨ। ਦੂਜਾ, ਪਦਾਰਥਕ ਖੁਸ਼ਹਾਲੀ, ਨੈਤਿਕ ਕੰਗਾਲੀ। ਸਾਇੰਸ ਅਮੂਰਤ ਦ੍ਰਿੜ ਨਿਸ਼ਚਿਤ ਸੋਚ ਨੂੰ ਉਤਸ਼ਾਹਿਤ ਕਰਦੀ ਹੈ, ਜਿਸ ਮੁਤਾਬਕ ਚੀਜ਼ਾਂ, ਕੁਦਰਤੀ ਤੇ ਸਮਾਜੀ ਘਟਨਾਵਾਂ ਤੇ ਵਰਤਾਰਿਆਂ ਅਤੇ ਵਿਅਕਤੀਆਂ ਤੇ ਸਮੂਹਾਂ ਬਾਰੇ ਅੰਤਮ ਪੱਖੀ ਵਿਚਾਰ ਤੇ ਰਾਵਾਂ ਬਣਾਈਆਂ ਜਾਂਦੀਆਂ ਹਨ ਅਤੇ ਇਸ ਆਧਾਰ ਤੇ ਉਹਨਾਂ ਦਾ ਦ੍ਰਿੜ ਨਿਸ਼ਚਿਤ ਵਰਗੀਕਰਨ ਕੀਤਾ ਜਾਂਦਾ ਹੈ। ਮਨੁੱਖੀ ਨਸਲਾਂ, ਭਾਈਚਾਰਿਆਂ ਤੇ ਸੱਭਿਆਚਾਰਾਂ ਦੇ ਇਸ ਮੁਤਲਕ ਵਰਗੀਕਰਨ ਵਿੱਚੋਂ ਨਸਲਾਂ, ਸੱਭਿਆਚਾਰਾਂ ਦੀ ਊਚ ਨੀਚ ਦੇ ਆਧੁਨਿਕ ਸਿਧਾਂਤ, ਪੁਰਾਤਨ ਬ੍ਰਾਹਮਣਵਾਦ ਦੇ ਆਧੁਨਿਕ ਅਵਤਾਰ ਪੈਦਾ ਹੋਏ ਅਤੇ ਗਿਆਨ ਦੇ ਖੇਤਰ ਅੰਦਰ ਵਰਗ ਉੱਤਮਤਾ ਦੀਆਂ ਸੋਹਣੀਆਂ ਵਿਚਾਰਧਾਰਾਵਾਂ ਨੇ ਆਦਰਯੋਗ ਸਥਾਨ ਹਾਸਲ ਕਰ ਲਿਆ। ਇਸ ਨਾਲ ਨਸਲੀ ਤੇ ਸੱਭਿਆਚਾਰਕ ਤੁਅਸਬਾਂ ਨੂੰ ਅਜਿਹੀ ਸ਼ਕਤੀ ਨਸੀਬ ਹੋ ਗਈ ਕਿ ਸਮਾਜਾਂ ਅੰਦਰ ਘਿਨਾਉਣੇ ਵਹਿਸ਼ੀ ਕਤਲੇਆਮਾਂ ਤੇ ਨਸਲਕੁਸ਼ੀਆਂ ਦੀਆਂ ਪ੍ਰੇਤ ਰੂਹਾਂ ਜਾਗ ਉੱਠੀਆਂ। ਇਸ ਦ੍ਰਿਸ਼ਟੀ ਤੋਂ ਵੇਖਿਆ ਪਿਛਲੀ ਸਦੀ ਦੌਰਾਨ ਲੜੇ ਗਏ 2 ਮਹਾਯੁੱਧ ਤੇ ਦਰਜਨਾਂ ਦੀ ਹੋਰ ਅੰਤਰਰਾਜੀ ਖੂਨੀ ਜੰਗਾਂ ਤੋਂ ਇਲਾਵਾ ਨਾਜ਼ੀਵਾਦ ਤੇ ਫਾਸ਼ੀਵਾਦ ਵਰਗੇ ਮਹਾਵਿਨਾਸ਼ਕਾਰੀ ਰੁਝਾਨਾਂ ਲਗਭਗ ਸਾਰੇ ਹੀ ਕਮਿਊਨਿਸਟ ਰਾਜਾਂ ਅੰਦਰ ਘੱਟ ਗਿਣਤੀ ਭਾਈਚਾਰਿਆਂ ਦੀਆਂ ਸੱਭਿਆਚਾਰਕ ਹਸਤੀਆਂ ਨੂੰ ਮੇਟ ਦੇਣ ਦੀਆਂ ਜਥੇਬੰਦ ਤੇ ਯੋਜਨਾਬੱਧ ਮੁਹਿੰਮਾਂ ਅਤੇ ਸੰਸਾਰ ਅੰਦਰ ਵਿਆਪਕ ਪੱਧਰ ਤੇ ਵਾਪਰੇ ਨਸਲੀ ਖੂਨ ਖਰਾਬੇ ਦੇ ਹੌਲਨਾਕ ਕਾਂਡਾਂ ਦੀ ਪੈੜ ਵਿਗਿਆਨ ਦੀਆਂ ਬਰੂਹਾਂ ਤੱਕ ਪਹੁੰਚ ਜਾਂਦੀ ਹੈ। ਤਜਰਬੇ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਆਧੁਨਿਕ ਤਕਨਾਲੋਜੀ ਨਾਲ ਸ਼ਸਤਰਬੱਧ ਹੋਈ ਤਰਕਸ਼ੀਲਤਾ ਬਹੁਤ ਵਿਨਾਸ਼ਕਾਰੀ ਨਤੀਜੇ ਕੱਢ ਸਕਦੀ ਹੈ। ਸੋਚਣੀ ਜਿੰਨੀ ਵੱਧ ਤਰਕਸ਼ੀਲ ਹੁੰਦੀ ਜਾਂਦੀ ਹੈ, ਉਸੇ ਅਨੁਪਾਤ ਵਿੱਚ ਹੀ ਵਿਨਾਸ਼ ਕਰਨ ਦੀ ਸਮਰੱਥਾ ਵਧੀ ਜਾਂਦੀ ਹੈ। ਅਲਬਰਟ ਆਇਨਸਟਾਈਨ ਨੇ ਇਸ ਤੱਥ ਦੀ ਵਜ੍ਹਾ ਕਰਕੇ ਹੀ ਆਪਣੇ ਵੇਲੇ ਦਾ ਸ਼੍ਰੋਮਣੀ ਸਾਇੰਸਦਾਨ ਹੋਣ ਦੇ ਬਾਵਜੂਦ ਇਹ ਚੇਤਾਵਨੀ ਦਿੱਤੀ ਸੀ ਕਿ ਜਿੱਥੇ ਮਾਮਲਾ ਮਨੁੱਖੀ ਮਸਲਿਆਂ ਦਾ ਹੋਵੇ, ਉੱਥੇ ਸਾਨੂੰ ਵਿਗਿਆਨ ਤੇ ਵਿਗਿਆਨਕ ਤਰੱਕੀਆਂ ਵਿੱਚ ਵਧਵਾਂ ਭਰੋਸਾ ਪ੍ਰਗਟਾਉਣ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇੱਥੇ ਇਹ ਵਾਜਿਬ ਸਵਾਲ ਖੜਾ ਹੁੰਦਾ ਹੈ ਕਿ ਵਿਗਿਆਨ ਦੇ ਯੁੱਗ ਤੋਂ ਪਹਿਲਾਂ ਵੀ ਕੀ ਨਸਲੀ ਤੇ ਧਾਰਮਿਕ ਵੈਰ ਵਿਰੋਧ ਤੇ ਖੂਨੀ ਟੱਕਰਾਂ ਆਮ ਵਰਤਾਰਾ ਨਹੀਂ ਸਨ? ਫਿਰ ਇਸ ਦੇ ਲਈ ਵਿਗਿਆਨ ਨੂੰ ਦੋਸ਼ੀ ਠਹਿਰਾਉਣਾ ਕਿੰਨਾ ਕੁ ਸਹੀ ਤੇ ਉਚਿਤ ਹੈ? ਇਸ ਦਾ ਜਵਾਬ ਇਹ ਹੈ ਕਿ ਗਿਆਨਵਾਦੀ ਲਹਿਰ ਸੰਸਾਰ ਨੂੰ ਵਿਗਿਆਨ ਤੇ ਆਧਾਰਿਤ ਗਿਆਨ ਦੀ ਸਹਾਇਤਾ ਨਾਲ ਇਹਨਾਂ ਸਮਾਜੀ ਲਾਹਨਤਾਂ ਤੋਂ ਮੁਕਤ ਕਰਨ ਦਾ ਵਾਅਦਾ ਕਰਕੇ ਚੱਲੀ ਸੀ। ਇਸ ਕਰਕੇ ਅੱਜ ਇਹ ਸਵਾਲ ਪੁੱਛਣਾ ਮੁਨਾਸਬ ਹੈ ਕਿ ਉਸ ਵਾਅਦੇ ਦਾ ਕੀ ਬਣਿਆ? ਸੰਸਾਰ ਵਿੱਚੋਂ ਇਹ ਲਾਹਨਤਾਂ ਖਤਮ ਤਾਂ ਕੀ ਹੋਣੀਆਂ ਸਨ, ਸਗੋਂ ਇਹ ਹੋਰ ਵੱਧ ਮਨਹੂਸ ਸ਼ਕਲਾਂ ਧਾਰਨ ਕਰ ਗਈਆਂ ਹਨ। ਨਾ ਇਹਨਾਂ ਦੀ ਘਟਨਾ ਦਰ ਵਿੱਚ ਕਮੀ ਹੋਈ ਹੈ, ਨਾ ਤੀਬਰਤਾ ਘਟੀ ਹੈ। ਪਿਛਲੀ 1 ਸਦੀ ਦੀ ਹੀ ਗੱਲ ਕੀਤੀ ਜਾਵੇ ਤਾਂ ਇਹ ਵਾਰਦਾਤਾਂ ਬੇਕਾਇਦਗੀ ਨਾਲ ਵਾਪਰਦੀਆਂ ਆ ਰਹੀਆਂ ਹਨ ਅਤੇ ਇਹਨਾਂ ਵਿੱਚ ਤਬਾਹੀ, ਜ਼ੁਲਮੋ ਤਸ਼ੱਦਦ ਤੇ ਖੂਨ ਖਰਾਬਾ ਦਾ ਅੰਸ਼ ਘਟਿਆ ਨਹੀਂ, ਕਈ ਗੁਣਾ ਵਧਿਆ ਹੈ। 2 ਆਲਮੀ ਜੰਗਾਂ ਤੋਂ ਇਲਾਵਾ ਨਾਜ਼ੀ ਜਰਮਨੀ ਅੰਦਰ ਯਹੂਦੀਆਂ ਦਾ ਮਹਾਨਾਸ਼, ਸੋਵੀਅਤ ਰੂਸ ਅੰਦਰ ਮਨੁੱਖੀ ਗੌਰਵ ਤੇ ਆਜ਼ਾਦੀ ਦਾ ਵਿਆਪਕ ਪੈਮਾਨੇ ਤੇ ਕੀਤਾ ਗਿਆ ਘਾਣ, ਦੂਜੇ ਸੰਸਾਰ ਯੁੱਧ ਤੋਂ ਬਾਅਦ ਅਮਰੀਕਾ ਵੱਲੋਂ ਵੀਅਤਨਾਮ ਤੋਂ ਸ਼ੁਰੂ ਕਰਕੇ ਅਫਗਾਨਿਸਤਾਨ ਤੱਕ ਅਲੱਗ-ਅਲੱਗ ਦੇਸ਼ਾਂ ਦੇ ਲੋਕਾਂ ਵਿਰੁੱਧ ਵਿੱਢੀਆਂ ਵਹਿਸ਼ੀ ਜੰਗਾਂ, ਅਮਰੀਕੀ ਸਾਮਰਾਜੀ ਹਾਕਮਾਂ ਦੀ ਸ਼ਹਿ ਤੇ ਇੰਡੋਨੇਸ਼ੀਆ 1965, ਚਿਲੀ 1973 ਤੇ ਹੋਰਨਾਂ ਮੁਲਕਾਂ ਅੰਦਰ ਹੋਏ ਫੌਜੀ ਰਾਜ ਪਲਟਿਆਂ ਉਪਰੰਤ ਰਚੇ ਗਏ ਵਹਿਸ਼ੀਆਨਾ ਖੂਨੀ ਕਾਂਡ, ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ਉੱਤੇ ਢਾਇਆ ਜਾ ਰਿਹਾ ਅਣਮਨੁੱਖੀ ਜਬਰ, ਰਵਾਂਡਾ, ਸੁਡਾਨ ਤੇ ਹੋਰਨਾਂ ਮੁਲਕਾਂ ਅੰਦਰ ਨਸਲਕੁਸ਼ੀ ਦੇ ਹੌਲਨਾਕ ਵਰਤਾਰੇ, ਭਾਰਤ ਅੰਦਰ ਹਿੰਦੂ ਬਹੁਗਿਣਤੀ ਵਰਗ ਵੱਲੋਂ ਫਿਰਕੂ ਦੰਗਿਆਂ ਦੇ ਨਾਂ ਹੇਠ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਲੋਕਾਂ ਦੇ ਸਮੂਹਕ ਕਤਲੇਆਮ ਦੀਆਂ ਸਿਲਸਿਲੇਵਾਰ ਵਾਰਦਾਤਾਂ ਅਤੇ ਕਸ਼ਮੀਰ, ਨਾਗਾਲੈਂਡ ਤੇ ਮਨੀਪੁਰ ਆਦਿ ਰਾਜਾਂ ਅੰਦਰ ਭਾਰਤੀ ਰਾਜ ਦੇ ਹਥਿਆਰਬੰਦ ਦਲਾਂ ਵੱਲੋਂ ਸਥਾਨਕ ਲੋਕਾਂ ਉੱਤੇ ਲੰਮੇ ਚਿਰ ਤੋਂ ਕੀਤੇ ਜਾ ਰਹੇ ਵਹਿਸ਼ੀ ਅਤਿਆਚਾਰ ਆਦਿ ਕੁਝ ਕੁ ਚੋਣਵੀਆਂ ਮਿਸਾਲਾਂ ਹਨ। ਇਸ ਕਰੂਪ ਯਥਾਰਥ ਦੇ ਸਨਮੁਖ
PN ਹਕਸਰ ਕਿਸ ਆਧਾਰ ਤੇ ਇਹ ਦਾਅਵਾ ਕਰਦਾ ਹੈ ਕਿ ਗਿਆਨ ਦਾ ਮਾਰਗ ਅਪਣਾਉਣ ਨਾਲ ਲੋਕਾਂ ਅੰਦਰ ਸੰਤੋਖ ਦਾ ਭਾਵ ਪ੍ਰਫੁੱਲਤ ਹੁੰਦਾ ਹੈ ਅਤੇ ਸਮਾਜ ਵਿੱਚ ਅਸੰਗਤੀ ਘੱਟ ਤੇ ਇਕਸੁਰਤਾ ਜ਼ਿਆਦਾ ਪੈਦਾ ਹੁੰਦੀ ਹੈ। ਤਜਰਬੇ ਵਿੱਚੋਂ ਇਹ ਗੱਲ ਪ੍ਰਮਾਣਿਤ ਹੋ ਚੁੱਕੀ ਹੈ ਕਿ ਸਮੂਹਕ ਮਾਰ ਧਾੜ ਤੇ ਕਤਲੋਗਾਰਤ ਵਰਗੇ ਜਿਹੜੇ ਘਿਨਾਉਣੇ ਜੁਰਮ ਮਨੁੱਖ ਪਹਿਲਾਂ ਆਪਣੇ ਅਥਰੇ ਮਨੋਵੇਗਾਂ ਦੇ ਅਸਰ ਹੇਠ ਕਰਦਾ ਸੀ, ਹੁਣ ਉਹ ਵਿਗਿਆਨਕ ਗਿਆਨ ਤੇ ਤਕਨੋਲੋਜੀ ਦੀ ਬਦੌਲਤ ਵਿਵੇਕ ਬੁੱਧ ਨਾਲ ਬਕਾਇਦਾ ਗਿਣਤੀਆਂ ਮਿਣਤੀਆਂ ਕਰਕੇ ਕਰਦਾ ਹੈ। ਜ਼ੁਲਮਾਂ ਦੇ ਆਕਾਰ, ਡਿਜ਼ਾਈਨ ਤੇ ਤਕਨੀਕ ਵਿੱਚ ਭਾਰੀ ਅੰਤਰ ਆ ਗਿਆ ਹੈ। ਦੂਜੇ ਮਹਾਯੁੱਧ ਦੇ ਅੰਤਮ ਗੇੜ ਵਿੱਚ ਅਮਰੀਕਾ ਦੇ ਸਾਮਰਾਜਵਾਦੀ ਨੀਤੀ ਘਾੜਿਆਂ, ਰਾਜਸੀ ਹੁਕਮਰਾਨਾਂ, ਸੈਨਿਕ ਅਫਸਰਾਂ ਤੇ ਸਾਇੰਸਦਾਨਾਂ ਨੇ ਇਸ ਗੱਲ ਤੇ ਪੂਰੇ ਦਿਮਾਗ ਖਪਾਏ ਸਨ ਕਿ ਦੁਸ਼ਮਣ ਧਿਰਾਂ ਦੀ ਵੱਧ ਤੋਂ ਵੱਧ ਤਬਾਹੀ ਕਿਸ ਜ਼ਰੀਏ ਕੀਤੀ ਜਾ ਸਕਦੀ ਸੀ। 1943 ਵਿੱਚ ਜਦੋਂ ਅਜੇ ਐਟਮ ਬੰਬ ਦੇ ਫੌਰੀ ਉਤਪਾਦਨ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਸੀ ਤਾਂ ਅਤ ਜ਼ਹਿਰੀਲੇ ਪਦਾਰਥਾਂ ਦੀ ਮਦਦ ਨਾਲ ਜਰਮਨੀ ਨੂੰ ਸਪਲਾਈ ਕੀਤੇ ਜਾਣ ਵਾਲੇ ਭੋਜਨ ਤੇ ਪਾਣੀਆਂ ਨੂੰ ਜ਼ਹਿਰੀਲੇ ਕਰ ਦੇਣ ਦੀ ਮੁਤਬਾਦਲ ਵਿਧੀ ਬਾਰੇ ਪੂਰੀ ਗੰਭੀਰਤਾ ਨਾਲ ਸੋਚਿਆ ਗਿਆ ਸੀ। ਇਸ ਨਾਲ ਹੋਣ ਵਾਲੀ ਤਬਾਹੀ ਦੇ ਬਕਾਇਦਾ ਕਠੋਰ ਦਿਲੀ ਨਾਲ ਠੋਸ ਅਨੁਮਾਨ ਲਾਏ ਗਏ ਸਨ। ਮਨੁੱਖਤਾ ਨੂੰ ਤਬਾਹ ਕਰਨ ਬਾਰੇ ਫੈਸਲੇ ਪੂਰੇ ਤੋਲ ਕੇ ਸਾਰੀਆਂ ਤਰਕਸ਼ੀਲ ਗਿਣਤੀਆਂ ਮਿਣਤੀਆਂ ਕਰਕੇ ਕੀਤੇ ਜਾ ਰਹੇ ਸਨ। ਚੰਗੇਜ਼ ਖਾਨ ਅਤੇ ਹਿਟਲਰ ਜਾਂ ਅਮਰੀਕਾ ਦੇ ਉਦਾਰਵਾਦੀ ਜਮਹੂਰੀਅਤ ਦੇ ਹਾਮੀ ਸਾਮਰਾਜੀ ਹੁਕਮਰਾਨਾਂ ਜਾਂ ਕਮਿਊਨਿਸਟ ਰਾਜਾਂ ਦੇ ਸਮਾਜਵਾਦੀ ਹਾਕਮਾਂ ਅਤੇ ਜਾਂ ਭਾਰਤ ਦੇ ਅਜੋਕੇ ਹਿੰਦੂ ਹੁਕਮਰਾਨਾਂ ਵਿਚਕਾਰ ਨੈਤਿਕ ਪੱਖ ਤੋਂ ਕੋਈ ਵਖਰੇਵਾਂ ਨਹੀਂ ਕੀਤਾ ਜਾ ਸਕਦਾ। ਜੇ ਕੋਈ ਫਰਕ ਹੈ ਤਾਂ ਜ਼ੁਲਮ ਢਾਉਣ ਦੇ ਤਰੀਕਾਕਾਰ ਦਾ ਹੀ ਹੈ। ਸਾਰੀ ਗੱਲ ਦਾ ਤੋੜਾ ਇੱਥੇ ਝੜਦਾ ਹੈ ਕਿ 3 ਸਦੀਆਂ ਤੋਂ ਗਿਆਨ ਦਾ ਮਾਰਗ ਅਪਣਾ ਕੇ ਚੱਲਣ ਤੋਂ ਬਾਅਦ ਵੀ ਮਨੁੱਖ ਦੀ ਨਾ ਤਾਂ ਵਿਨਾਸ਼ਕਾਰੀ ਬਿਰਤੀ ਹੀ ਬਦਲੀ ਹੈ ਤੇ ਨਾ ਵਿਗਿਆਨ। ਕਿਸੇ ਲਿਹਾਜ਼ ਨਾਲ ਵੀ ਹਿੰਸਾ, ਕਤਲੋਗਾਰਤ ਤੇ ਖੂਨੀ ਜੰਗਾਂ ਤੇ ਵਾਤਾਵਰਣ ਦੀ ਖਰਾਬੀ ਵਰਗੇ ਸਮੂਹਕ ਤਬਾਹੀ ਦੇ ਰੁਝਾਨਾਂ ਦੀ ਰੋਕਥਾਮ ਕਰ ਸਕਣ ਵਿੱਚ ਸਫਲ ਹੋ ਸਕਿਆ ਹੈ। ਜਿਹੜੀਆਂ ਬੁਰਾਈਆਂ ਲਈ ਗਿਆਨਵਾਦੀ ਲਹਿਰ ਨੇ ਧਰਮ ਨੂੰ ਦ੍ਰਿੜ ਨਿਸ਼ਚਿਤ ਲਹਿਜੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ, ਅੱਜ ਇਸ ਨੂੰ ਉਹਨਾਂ ਸਾਰੇ ਹੀ ਦੋਸ਼ਾਂ ਦਾ ਆਪ ਸਾਹਮਣਾ ਕਰਨਾ ਪੈ ਰਿਹਾ ਹੈ। ਵਿਗਿਆਨ ਦੇ ਪੈਰੋਕਾਰਾਂ ਵੱਲੋਂ ਝੂਠੀ ਸੰਤੁਸ਼ਟੀ ਹਾਸਲ ਕਰਨ ਲਈ ਇਸ ਦਾ ਦੋਸ਼ ਪੁਰਾਤਨ ਪੰਥੀ ਵਿਚਾਰਾਂ ਦੀ ਰਹਿੰਦ ਖੂੰਹਦ ਅਤੇ ਜਾਂ ਕਬਾਇਲੀ ਜਾਗੀਰੂ ਮਾਨਸਿਕਤਾ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ। ਪਰ ਅਮਰੀਕਾ ਤੇ ਪੱਛਮੀ ਯੂਰਪ ਦੇ ਦੇਸ਼ ਤਾਂ ਪੂੰਜੀਵਾਦ ਦੇ ਅਤ ਵਿਕਸਿਤ ਪੜਾਅ ਤੇ ਪਹੁੰਚੇ ਹੋਏ ਹਨ। ਉਹਨਾਂ ਨੇ ਤਾਂ ਕਿੰਨੀਆਂ ਹੀ ਸਦੀਆਂ ਤੋਂ ਗਿਆਨ ਵਿਗਿਆਨ ਦਾ ਮਾਰਗ ਅਪਣਾਇਆ ਹੋਇਆ ਹੈ, ਪਰ ਸਾਰੀ ਤਰੱਕੀ ਦੇ ਬਾਵਜੂਦ ਕਿ ਉੱਥੇ ਸੰਤੋਖ ਦਾ ਭਾਵ ਪ੍ਰਫੁੱਲਤ ਹੋਇਆ ਨਜ਼ਰ ਪੈਂਦਾ ਹੈ, ਕਿ ਉੱਥੇ ਨਸ਼ਾਖੋਰੀ ਤੇ ਲੱਚਰਪੁਣੇ ਵਰਗੀਆਂ ਰੋਗੀ ਬਿਰਤੀਆਂ ਨੂੰ ਲਗਾਮ ਦਿੱਤੀ ਜਾ ਸਕੀ ਹੈ, ਕਿ ਉੱਥੇ ਚੋਰੀਆਂ, ਡਾਕੇ, ਬਲਾਤਕਾਰ ਤੇ ਕਤਲ ਹੋਣੇ ਬੰਦ ਹੋ ਗਏ ਹਨ ਜਾਂ ਇਹਨਾਂ ਵਿੱਚ ਕੋਈ ਕਮੀ ਹੋਈ ਨਜ਼ਰ ਆਉਂਦੀ ਹੈ, ਕਿ ਉੱਥੋਂ ਦੇ ਲੋਕਾਂ ਦੇ ਦਿਲਾਂ ਵਿੱਚੋਂ ਤੰਗ ਨਜ਼ਰੀ, ਸਾੜਾ, ਨਫ਼ਰਤ ਤੇ ਦਵੈਖ ਦੇ ਭਾਵ ਖਤਮ ਹੋ ਗਏ ਹਨ, ਕਿ ਉਹਨਾਂ ਨੇ ਰੋਜ਼ ਦਿਹਾੜੀ ਦੇ ਫਿਕਰਾਂ, ਝੋਰਿਆਂ ਤੇ ਡਰਾਂ ਤੋਂ ਖਲਾਸੀ ਪਾ ਲਈ ਹੈ। ਬਿਨਾਂ ਸ਼ੱਕ ਇਹਨਾਂ ਮੁਲਕਾਂ ਨੇ ਪੈਦਾਵਾਰ ਵਿੱਚ ਬੇਥਾਹ ਵਾਧਾ ਕੀਤਾ ਹੈ, ਪਰ ਨਾਲ ਹੀ ਉਸੇ ਹੀ ਅਨੁਪਾਤ ਵਿੱਚ ਬੇਲੋੜੀ ਤੇ ਬੇਢੱਬੀ ਖਪਤ ਵੀ ਵਧਾ ਲਈ ਹੈ। ਵਸਤਾਂ ਦੀ ਭੁੱਖ ਮਿਟੀ ਨਹੀਂ, ਘਟੀ ਵੀ ਨਹੀਂ, ਬੇਹਿਸਾਬੀ ਵਧੀ ਹੈ। ਹਰ ਤਰ੍ਹਾਂ ਦੀਆਂ ਇੰਦਰਿਆਵੀ ਤੇ ਦੁਨਿਆਵੀ ਤ੍ਰਿਸ਼ਨਾਵਾਂ ਵਧੀਆਂ ਹਨ। ਠੀਕ ਹੈ ਕਿ ਪਦਾਰਥਕ ਲਿਹਾਜ਼ ਨਾਲ ਉਹਨਾਂ ਨੇ ਆਪਣੇ ਰਹਿਣ ਸਹਿਣ ਦੇ ਪੱਧਰ ਵਿੱਚ ਚੌਖਾ ਸੁਧਾਰ ਲੈ ਆਂਦਾ ਹੈ, ਪਰ ਉਹਨਾਂ ਦੀ ਮਾਨਸਿਕ ਤੇ ਰੂਹਾਨੀ ਦਸ਼ਾ ਕੀ ਹੋ ਗਈ ਹੈ? ਕਿ ਉਹਨਾਂ ਦੇ ਚਿਹਰਿਆਂ ਉੱਤੇ ਨਕਲੀ ਮੁਸਕਰਾਹਟਾਂ ਦੇ ਬਾਵਜੂਦ ਆਤਮਿਕ ਖੁਸ਼ੀ ਦੀ ਕੋਈ ਝਲਕ ਦਿਖਾਈ ਦਿੰਦੀ ਹੈ? ਕਿ ਉਹਨਾਂ ਦੀਆਂ ਅੱਖਾਂ ਵਿੱਚੋਂ ਮਾਨਸਿਕ ਸੰਤੋਖ ਤੇ ਰੂਹਾਨੀ ਆਨੰਦ ਦਾ ਪ੍ਰਭਾਵ ਨਜ਼ਰ ਆਉਂਦਾ ਹੈ? ਕਿ ਇਹਨਾਂ ਮੁਲਕਾਂ ਨੇ ਜੰਗ ਤੇ ਹਿੰਸਾ ਦੇ ਨਾਮੁਰਾਦ ਵਰਤਾਰਿਆਂ ਤੋਂ ਨਿਜਾਤ ਪਾ ਲਈ ਹੈ? ਇੰਨੀਆਂ ਫੜਾਂ ਮਾਰਨ ਦੇ ਬਾਵਜੂਦ ਉਹ ਆਪਣੇ ਚੌਗਿਰਦੇ ਨੂੰ ਕਿੰਨਾ ਕੁ ਨਿਰਮਲ ਰੱਖ ਸਕੇ ਹਨ? ਜੇ ਇਹ ਦੇਸ਼ ਇਹਨਾਂ ਵਿੱਚੋਂ ਇੱਕ ਵੀ ਗੱਲ ਹਾਸਲ ਨਹੀਂ ਕਰ ਸਕੇ ਤਾਂ ਫਿਰ PN ਹਕਸਰ ਧਰਮ ਦੀ ਨਿੰਦਿਆ ਤੇ ਗਿਆਨ ਦੇ ਮਾਰਗ ਦੀ ਜੈ ਜੈਕਾਰ ਕਿਹੜੇ ਮੂੰਹ ਨਾਲ ਕਰਦਾ ਹੈ? ਸਮਾਜਵਾਦੀ ਰਾਜਾਂ ਦੇ ਠੋਸ ਅਮਲ ਨੇ ਸਮਾਜਵਾਦੀ ਚਿੰਤਕਾਂ ਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸਮਾਜਵਾਦੀ ਪ੍ਰਬੰਧ ਸਿਰਜ ਕੇ ਮਨੁੱਖਤਾ ਨੂੰ ਪੂੰਜੀਵਾਦ ਦੀਆਂ ਅਲਾਮਤਾਂ ਤੋਂ ਨਿਜਾਤ ਦਿਵਾਉਣ ਦਾ ਦਾਅਵਾ ਤੇ ਯਤਨ ਝੂਠਾ ਸਾਬਤ ਹੋਇਆ ਹੈ। ਪਾਕਿਸਤਾਨੀ ਮੂਲ ਦੇ ਇੱਕ ਵਿਦਵਾਨ ਨੇ ਪੱਛਮੀ ਸੱਭਿਅਤਾ ਦੀ ਖਸਲਤ ਇਸ ਤਰ੍ਹਾਂ ਬਿਆਨ ਕੀਤੀ ਹੈ: ਇਹ ਸੱਭਿਅਤਾ ਕਿਸੇ ਨੈਤਿਕ ਫਲਸਫੇ ਜਾਂ ਅਸੂਲਾਂ ਦੇ ਸੰਗ੍ਰਹਿ ਆਸਰੇ ਨਹੀਂ ਚੱਲਦੀ। ਇਸ ਦੀ ਗਤੀਸ਼ੀਲ ਊਰਜਾ ਦਾ ਸੋਮਾ ਵਿਅਕਤੀਵਾਦ ਹੈ।
ਗਲਬਾ ਪਾਉਣ ਦੀ ਖਾਹਿਸ਼, ਪਦਾਰਥਕ ਵਸਤਾਂ ਹਾਸਲ ਕਰਨ ਤੇ ਇਹਨਾਂ ਦੇ ਭੰਡਾਰ ਜਮ੍ਹਾਂ ਕਰਨ ਦੀ ਅੰਨੀ ਭੁੱਖ, ਹਰ ਨਵੀਂ ਵਿਕਸਿਤ ਹੋਈ ਤਕਨੋਲੋਜੀ ਤੁਹਾਡੇ ਘਰ ਪਹੁੰਚਣੀ ਚਾਹੀਦੀ ਹੈ। ਇੱਕ ਦੂਜੇ ਨਾਲੋਂ ਵੱਧ ਕੇ ਖਰੀਦਦਾਰੀ ਕਰਨ, ਇੱਕ ਦੂਜੇ ਨਾਲੋਂ ਵੱਧ ਕੇ ਖਾਣ ਪੀਣ ਅਤੇ ਗੁਆਂਢੀ ਨਾਲੋਂ ਵੱਧ ਚੜ੍ਹ ਕੇ ਭੋਗ ਵਿਲਾਸ ਕਰਨ। ਗੱਲ ਕੀ, ਜੀਵਨ ਦੇ ਹਰ ਖੇਤਰ ਅੰਦਰ ਟੈਨਿਸ ਖੇਡਣ ਤੋਂ ਲੈ ਕੇ ਕਾਮ, ਵਣਜ ਵਪਾਰ ਤੇ ਕਾਰ ਚਲਾਉਣ ਤੱਕ ਹਾਵੀ ਹੋਣ ਦੀ ਅੰਨੀ ਖਾਹਿਸ਼ ਚੋਂ ਪੈਦਾ ਹੋਈ ਤੀਬਰ ਊਰਜਾ ਹੀ ਹੈ ਜਿਹੜੀ ਇਸ ਸੱਭਿਅਤਾ ਨੂੰ ਗਤੀਸ਼ੀਲ ਬਣਾਉਂਦੀ ਹੈ। ਇਸ ਸੱਭਿਅਤਾ ਅੰਦਰ ਨੈਤਿਕਤਾ ਕੋਈ ਮਾਇਨੇ ਨਹੀਂ ਰੱਖਦੀ। ਉੱਤਮ ਤਕਨੋਲੋਜੀ ਹੀ ਸਭ ਕੁਝ ਹੈ, ਪਰ ਇਸ ਦੇ ਆਪਣੇ ਹੀ ਵਿਸ਼ਲੇਸ਼ਕਾਂ ਦੁਆਰਾ ਪੇਸ਼ ਕੀਤੇ ਗਏ ਸਬੂਤ ਚਾਰੇ ਪਾਸੇ ਪਸਰੇ ਅਸੰਤੋਖ ਤੇ ਨਿਰਾਸ਼ਤਾ ਦੀ ਕਹਾਣੀ ਦੱਸਦੇ ਹਨ। ਇਸ ਰੌਸ਼ਨੀ ਵਿੱਚ ਵੇਖਿਆਂ ਸਾਫ਼ ਪਤਾ ਚੱਲ ਜਾਂਦਾ ਹੈ ਕਿ ਇਹ ਸੱਭਿਅਤਾ ਮਨੁੱਖਤਾ ਨੂੰ ਦਰਪੇਸ਼ ਸਵਾਲਾਂ ਦੇ ਜਵਾਬ ਮੁਹੱਈਆ ਨਹੀਂ ਕਰਦੀ। ਅਸਲ ਵਿੱਚ ਇਸ ਨੇ ਐਟਮੀ ਹਥਿਆਰਾਂ ਦੇ ਜਿੰਨੇ ਭੰਡਾਰ ਜਮ੍ਹਾਂ ਕਰ ਲਏ ਹਨ, ਇਸ ਦੀ ਲਾਲਸਾ ਨੇ ਵਾਤਾਵਰਣ ਨੂੰ ਜਿਸ ਹੱਦ ਤੱਕ ਦੂਸ਼ਿਤ ਕਰ ਦਿੱਤਾ ਹੈ, ਇਸ ਦੀ ਹਵਸ ਨੇ ਦੁਨੀਆ ਦੇ ਸੋਮਿਆਂ ਨੂੰ ਜਿਸ ਕਦਰ ਚੁੰਡ ਮਰੁੰਡ ਕੇ ਰੱਖ ਦਿੱਤਾ ਹੈ, ਉਸ ਨਾਲ ਧਰਤੀ ਉੱਤੋਂ ਨੇੜ ਭਵਿੱਖ ਅੰਦਰ ਹੀ ਜੀਵਨ ਦਾ ਖਾਤਮਾ ਹੋ ਜਾਣ ਦਾ ਹਕੀਕੀ ਖਤਰਾ ਖੜਾ ਹੋ ਗਿਆ ਹੈ। ਗਿਆਨ ਵਿਗਿਆਨ ਦੇ ਮਾਰਗ ਦੇ ਪੁਜਾਰੀਆਂ ਵੱਲੋਂ ਜਿਹੜਾ ਪੁਰਾਤਨ ਪੰਥੀ ਵਿਚਾਰਾਂ ਦੀ ਰਹਿੰਦ ਖੂੰਹਦ ਦਾ ਰੋਣਾ ਰੋਇਆ ਜਾਂਦਾ ਹੈ, ਇਸ ਬਾਰੇ ਕੋਝੀ ਸੱਚਾਈ ਇਹ ਹੈ ਕਿ ਵਿਗਿਆਨ ਨੇ ਬਹੁਤ ਸਾਰੇ ਹਕੀਕੀ ਤੌਰ ਤੇ ਪਿਛਾਕੜੀ ਤੇ ਪੁਰਾਤਨ ਪੰਥੀ ਵਰਤਾਰਿਆਂ ਦਾ ਖਾਤਮਾ ਕਰਨ ਦੀ ਥਾਵੇਂ ਸਮਕਾਲੀ ਆਰਥਿਕ ਤੇ ਰਾਜਸੀ ਸਵਾਰਥਾਂ ਵਿੱਚੋਂ ਇਹਨਾਂ ਦਾ ਆਧੁਨਿਕੀਕਰਨ ਕਰ ਦਿੱਤਾ ਹੈ। ਅਮਰੀਕੀ ਸਾਮਰਾਜੀਆਂ ਵੱਲੋਂ ਆਪਣੇ ਸ਼ੁੱਧ ਆਰਥਿਕ ਤੇ ਰਾਜਸੀ ਮੁਫਾਦਾਂ ਵਿੱਚੋਂ ਅਰਬ ਮੁਲਕਾਂ ਦੇ ਪੁਰਾਤਨ ਪੰਥੀ ਸ਼ੇਖਾਂ ਦੀ ਕੀਤੀ ਜਾ ਰਹੀ ਨੰਗੀ ਚਿੱਟੀ ਪੁਸ਼ਤ ਪਨਾਹੀ ਇਸ ਦੀ ਸਟੀਕ ਉਦਾਹਰਣ ਹੈ। ਇਸੇ ਸੰਦਰਭ ਵਿੱਚ ਹੀ ਜੀ ਅਲੋਸੀਅਸ ਨੇ ਭਾਰਤ ਅੰਦਰ ਆਰਥਿਕ, ਸਮਾਜਿਕ, ਰਾਜਸੀ ਤੇ ਸੱਭਿਆਚਾਰਕ ਤੌਰ ਤੇ ਭਾਰੂ ਵਰਗਾਂ ਵੱਲੋਂ ਪੁਰਾਤਨ ਪੰਥੀ ਬ੍ਰਾਹਮਣਵਾਦੀ ਜਾਤ-ਪਾਤੀ ਪ੍ਰਥਾ ਨੂੰ ਸੋਧ ਸੰਵਾਰ ਕੇ ਆਧੁਨਿਕ ਜ਼ਮਾਨੇ ਦੀਆਂ ਲੋੜਾਂ ਦੇ ਅਨੁਕੂਲ ਢਾਲ ਲੈਣ ਦੇ ਵਰਤਾਰੇ ਦਾ ਬਹੁਤ ਹੀ ਗੂੜ ਵਿਸ਼ਲੇਸ਼ਣ ਕੀਤਾ ਹੈ। ਤੀਜਾ, ਗੈਰ ਯਥਾਰਥਵਾਦੀ ਸਿਧਾਂਤ ਰਚਨਾ। ਵਿਗਿਆਨ ਦਾ ਅਸਲੀ ਐਬ ਇਸ ਦੀ ਗਿਆਨ ਹਾਸਲ ਕਰਨ ਦੀ ਵਿਧੀ ਵਿੱਚ ਹੈ। ਖਾਸ ਤੌਰ ਤੇ ਸਮਾਜੀ ਵਿਗਿਆਨ ਦੇ ਖੇਤਰ ਵਿੱਚ ਇਹ ਵਿਧੀ ਕੀ ਹੈ? ਕਿਸੇ ਵਰਤਾਰੇ ਬਾਰੇ ਵਿਅਕਤੀ ਦੇ ਵਿਚਾਰ ਸੰਬੰਧਿਤ ਵਰਤਾਰੇ ਦੇ ਸਿੱਧੇ ਅਨੁਭਵ ਵਿੱਚੋਂ ਨਹੀਂ ਬਣਦੇ। ਇਹ ਵਰਤਾਰੇ ਦੀ ਹਦੀਸੀ ਭਾਵ ਅੱਖਰੀ ਵਿਆਖਿਆ ਤੋਂ ਬਣਦੇ ਹਨ। ਮਿਸਾਲ ਵਜੋਂ ਭਾਰਤ ਅੰਦਰ ਆਮ ਆਦਮੀ ਫਿਰਕਾ ਪ੍ਰਸਤੀ ਦਾ ਭਾਵ ਅਰਥ ਉਹੀ ਸਮਝਦਾ ਹੈ ਜੋ ਉਸਨੇ ਕਿਤਾਬਾਂ ਤੇ ਲੇਖਾਂ ਵਿੱਚ ਪੜ੍ਹਿਆ ਜਾਂ ਭਾਸ਼ਣਾਂ ਵਿੱਚ ਸੁਣਿਆ ਹੁੰਦਾ ਹੈ। ਇਸ ਬਾਰੇ ਉਸਦਾ ਆਪਣਾ ਮੌਲਿਕ ਅਨੁਭਵ ਕੋਈ ਹੈਸੀਅਤ ਨਹੀਂ ਰੱਖਦਾ। ਸੋ ਇਸ ਤਰੀਕੇ ਨਾਲ ਵਿਗਿਆਨ ਮੁਖੀ ਕਲਚਰ ਵਿੱਚ ਲੋਕ ਸਾਇੰਸ ਦੁਆਰਾ ਵਿਕਸਿਤ ਕੀਤੀਆਂ ਗਈਆਂ ਆਮ ਧਾਰਨਾਵਾਂ ਯਾਨੀ ਕਿ ਸਿਧਾਂਤਕ ਘਾੜਤਾਂ ਨੂੰ ਹੀ ਅਸਲੀ ਤੱਥ ਮੰਨਣ ਲੱਗ ਪੈਂਦੇ ਹਨ। ਖਾਸ ਕਰਕੇ ਉਦੋਂ ਜਦੋਂ ਇਹ ਆਮ ਧਾਰਨਾਵਾਂ ਉਹਨਾਂ ਦੇ ਕਲਚਰ ਰੁਖੀ ਪੂਰਬ ਝੁਕਾਵਾਂ ਜਾਂ ਤਵੱਸਬਾਂ ਦੇ ਅਨੁਕੂਲ ਹੋਣ। ਇਸ ਸਵੈ ਸਿਰਜੇ ਸੱਚ ਨੂੰ ਆਧਾਰ ਬਣਾ ਕੇ ਨੀਤੀਆਂ ਘੜੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਬਸ ਇੱਥੋਂ ਸਾਰੀ ਗੜਬੜ ਸ਼ੁਰੂ ਹੋ ਜਾਂਦੀ ਹੈ। ਕਰੰਸੀ ਦੀ ਥਾਂ ਕ੍ਰੈਡਿਟ ਕਾਰਡ ਲੈ ਲੈਂਦਾ ਹੈ। ਅਮੂਰਤ ਵਿਚਾਰ ਠੋਸ ਯਥਾਰਥ ਉੱਤੇ ਅਸਰਦਾਰ ਰੂਪ ਵਿੱਚ ਭਾਰੂ ਹੋ ਜਾਂਦੇ ਹਨ। ਮਿਸਾਲ ਵਜੋਂ ਖੱਬੇ ਪੱਖੀਆਂ ਤੇ ਉਦਾਰਪੰਥੀਆਂ ਵੱਲੋਂ ਸਿੱਖ ਕੌਮ ਦੀ ਨਿਆਰੀ ਤੇ ਸੁਤੰਤਰ ਹਸਤੀ ਦੀ ਧਾਰਨਾ ਪ੍ਰਤੀ ਅਪਣਾਇਆ ਕੱਟੜ ਦੋਖੀ ਵਤੀਰਾ ਉਹਨਾਂ ਦੇ ਠੋਸ ਯਥਾਰਥ ਦੇ ਸਿੱਧੇ ਅਨੁਭਵ ਵਿੱਚੋਂ ਪੈਦਾ ਨਹੀਂ ਹੋਇਆ। ਇਹ ਉਹਨਾਂ ਦੇ ਮਨਾਂ ਅੰਦਰ ਕੌਮ ਦੀ ਪਰਿਭਾਸ਼ਾ ਬਾਰੇ ਵਸੀ ਆਮ ਧਾਰਨਾ ਜੋ ਉਹਨਾਂ ਨੇ ਇੱਕ ਖਾਸ ਵੰਨਗੀ ਦੀਆਂ ਕਿਤਾਬਾਂ ਤੇ ਲਿਖਤਾਂ ਵਿੱਚੋਂ ਗ੍ਰਹਿਣ ਕੀਤੀ ਹੈ ਅਤੇ ਜਿਸ ਨੂੰ ਉਹ 100% ਸੱਚੀ ਤੇ ਵਿਗਿਆਨਕ ਮੰਨ ਕੇ ਚੱਲਦੇ ਹਨ ਵਿੱਚੋਂ ਪੈਦਾ ਹੋਇਆ ਹੈ। ਸੋ ਇਸ ਤਰ੍ਹਾਂ ਇਹ ਸਿਧਾਂਤਕ ਘਾੜਤ ਕਲਪਨਾ ਹੀ ਉਹਨਾਂ ਲਈ ਤੱਥ ਠੋਸ ਯਥਾਰਥ ਦਾ ਰੁਤਬਾ ਅਖਤਿਆਰ ਕਰ ਗਈ ਹੈ। ਅਸਲੀ ਤੱਥ ਮਨਫੀ ਹੋ ਗਿਆ ਹੈ। ਸਿਧਾਂਤਕ ਘਾੜਤ ਵਿੱਚ ਉਹਨਾਂ ਦਾ ਇਹ ਵਿਸ਼ਵਾਸ ਇੰਨਾ ਪੱਕਾ ਹੈ ਕਿ ਠੋਸ ਯਥਾਰਥ ਉਹਨਾਂ ਲਈ ਪੂਰੀ ਤਰ੍ਹਾਂ ਬੇਮਾਨਾ ਹੋ ਜਾਂਦਾ ਹੈ। ਇਹ ਉਹਨਾਂ ਦੀ ਦਾਇਮੀ ਮਰਜ਼ ਹੈ। ਸਵਰਗੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਇਸ ਮਰਜ਼ ਦੀ ਪਛਾਣ ਤੇ ਵਿਆਖਿਆ ਇਸ ਤਰ੍ਹਾਂ ਕੀਤੀ ਹੈ। ਆਧੁਨਿਕ ਯੁੱਗ ਵਿੱਚ ਇੱਕ ਖਾਸ ਕਿਸਮ ਦਾ ਰਵੱਈਆ ਜਿਸ ਦੀ ਬਾਹਰੀ ਚਾਲ ਉੱਪਰੋਂ ਤਰਕ, ਵਿਸ਼ਲੇਸ਼ਣ, ਵਿਰੋਧ, ਵਿਕਾਸੀ ਪਦਾਰਥਵਾਦ ਅਤੇ ਵਿਗਿਆਨਕਤਾ ਦਾ ਭੁਲੇਖਾ ਦੇ ਸਕਦੀ ਹੋਵੇ ਦਾ ਸਤਿਕਾਰ ਕਰਨਾ ਇੱਕ ਰਿਵਾਜ, ਇੱਕ ਮਸਨੂਈ ਆਦਤ ਬਣ ਗਈ ਹੈ। ਇਸ ਕਿਸਮ ਦੇ ਰਵੱਈਏ ਵਿੱਚੋਂ ਕੁਦਰਤੀ ਮੌਲਿਕਤਾ ਖਤਮ ਹੋ ਜਾਂਦੀ ਹੈ। ਜੀਵਨ ਦੇ ਜਿਉਂਦੇ ਜਾਗਦੇ ਅਤੇ ਸੱਜਰੇ ਰਾਹ ਪੇਤਲੇ ਖਿਆਲੀ ਅੰਦਾਜ਼ ਵਿੱਚ ਬਦਲ ਜਾਂਦੇ ਹਨ।
ਕੋਈ ਵਿਅਕਤੀ ਜਦੋਂ ਕੋਈ ਦ੍ਰਿਸ਼, ਵਸਤੂ, ਘਟਨਾ ਜਾਂ ਵਰਤਾਰਾ ਵੇਖਦਾ ਹੈ ਤਾਂ ਉਸਦੇ ਮਨ ਅੰਦਰ ਉਸ ਦ੍ਰਿਸ਼ ਦਾ ਇੱਕ ਬਿੰਬ ਬਣਦਾ ਹੈ। ਆਪਣੇ ਇਸ ਅਨੁਭਵ ਨੂੰ ਉਹ ਭਾਸ਼ਾ ਦੇ ਜ਼ਰੀਏ ਦੂਸਰਿਆਂ ਨਾਲ ਸਾਂਝਾ ਕਰਦਾ ਹੈ। ਇਸ ਤਰ੍ਹਾਂ ਚੀਜ਼ਾਂ, ਥਾਵਾਂ ਤੇ ਘਟਨਾਵਾਂ ਬਾਰੇ ਧਾਰਨਾਵਾਂ ਹੋਂਦ ਵਿੱਚ ਆਉਂਦੀਆਂ ਹਨ। ਦਿਸਦੇ ਵਰਤਾਰਿਆਂ ਬਾਰੇ ਵਿਚਾਰ ਬਣਾਏ ਤੇ ਪ੍ਰਗਟਾਏ ਜਾਂਦੇ ਹਨ। ਉਹਨਾਂ ਦੀ ਪਰਿਭਾਸ਼ਾ ਘੜੀ ਜਾਂਦੀ ਹੈ ਅਤੇ ਉਹਨਾਂ ਨੂੰ ਸੰਕਲਪਬੱਧ ਕੀਤਾ ਜਾਂਦਾ ਹੈ। ਸੰਕਲਪਾਂ ਦੇ ਜੋੜ ਨਾਲ ਇੱਕ ਨਿਸ਼ਚਿਤ ਜਾਵੀਏ ਤੋਂ ਚੀਜ਼ਾਂ ਨੂੰ ਵੇਖਿਆ ਜਾਂਦਾ ਹੈ, ਜਿਸ ਨੂੰ ਦ੍ਰਿਸ਼ਟੀਕੋਣ ਜਾਂ ਪਰਿਪੇਖ ਕਿਹਾ ਜਾਂਦਾ ਹੈ। ਇਸ ਤਰ੍ਹਾਂ ਚੀਜ਼ਾਂ ਤੇ ਵਰਤਾਰਿਆਂ ਬਾਰੇ ਨਿਸ਼ਚਿਤ ਸਿਧਾਂਤ ਸਿਰਜੇ ਜਾਂਦੇ ਹਨ ਅਤੇ ਇਹਨਾਂ ਵਿੱਚ ਲੋਕਾਂ ਦਾ ਵਿਸ਼ਵਾਸ ਪੱਕਾ ਕੀਤਾ ਜਾਂਦਾ ਹੈ। ਆਧੁਨਿਕ ਗਿਆਨ ਦਾ ਸਮੁੱਚਾ ਢਾਂਚਾ ਇਸ ਬੁਨਿਆਦ ਉੱਤੇ ਉਸਰਿਆ ਤੇ ਇਸ ਬੁਨਿਆਦ ਆਸਰੇ ਕਾਇਮ ਰਹਿ ਰਿਹਾ ਹੈ। ਇਹ ਸਮੁੱਚੀ ਕਿਰਿਆ ਨਿਰੋਲ ਮਾਨਸਿਕ ਹੈ, ਜਿਸ ਦਾ ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਗਟਾਓ ਕੀਤਾ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਅਸਲੀਅਤ ਦੇ ਇਸ ਮਨੁੱਖੀ ਪ੍ਰਗਟਾਓ ਵਿੱਚ ਕਿੰਨੀ ਕੁ ਪੂਰਨਤਾ ਸੰਭਵ ਹੋ ਸਕਦੀ ਹੈ। ਮੂਲ ਸਵਾਲ ਇਹ ਹੈ ਕਿ ਭਾਸ਼ਾ ਅਸਲੀਅਤ ਨੂੰ, ਖਾਸ ਤੌਰ 'ਤੇ ਸਮਾਜੀ ਅਸਲੀਅਤ ਨੂੰ ਪੂਰਨਤਾ ਸਹਿਤ ਪਕੜ ਸਕਦੀ ਹੈ। ਕਿ ਅਮੂਰਤ ਧਾਰਨਾਵਾਂ ਤੇ ਸੰਕਲਪਾਂ ਉੱਤੇ ਨਿਰਭਰ ਕੀਤਾ ਜਾ ਸਕਦਾ ਹੈ, ਜਿਹਾ ਕਿ ਸਾਇੰਸ ਦਾ ਦਸਤੂਰ ਅਤੇ ਅਕੀਦਾ ਹੈ। ਕੁਝ ਸਮਾਜੀ ਚਿੰਤਕਾਂ ਨੇ ਸਾਇੰਸ ਦੇ ਇਸ ਅਕੀਦੇ ਦੇ ਜਨਮਜਾਤ ਦੋਸ਼ ਉੱਤੇ ਉਂਗਲ ਧਰੀ ਹੈ ਅਤੇ ਇਸ ਦੇ ਅਤ ਗੰਭੀਰ ਸਮਾਜੀ ਸਿੱਟਿਆਂ ਤੋਂ ਖਬਰਦਾਰ ਕੀਤਾ ਹੈ। ਅਸਲੀਅਤ ਦਾ ਮਨ ਅੰਦਰ ਬਣਨ ਵਾਲਾ ਬਿੰਬ ਅਸਲੀਅਤ ਨੂੰ ਵੇਖਣ ਵਾਲੇ ਦੀ ਬਾਹਰਮੁਖੀ ਸਥਿਤੀ, ਜਗ੍ਹਾ, ਆਸਣ, ਪਦਵੀ ਅਤੇ ਉਸ ਦੇ ਅੰਤਰਮੁਖੀ ਦ੍ਰਿਸ਼ਟੀਕੋਣ ਉੱਤੇ ਨਿਰਭਰ ਕਰਦਾ ਹੈ। ਇਸ ਵਜ੍ਹਾ ਕਰਕੇ ਅਸਲੀਅਤ ਅਲੱਗ-ਅਲੱਗ ਦਰਸ਼ਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦਿਖ ਸਕਦੀ ਹੈ। ਅਸਲੀਅਤ ਬਾਰੇ ਕੋਈ ਇੱਕੋ ਨਿਰੰਕੁਸ਼ ਧਾਰਨਾ ਨਹੀਂ ਬਣਾਈ ਜਾ ਸਕਦੀ। ਕਿਸੇ ਇੱਕੋ ਪਰਿਪੇਖ ਦ੍ਰਿਸ਼ਟੀਕੋਣ ਨੂੰ ਵਾਹਦ ਸੱਚ ਦੀ ਉਪਾਧੀ ਨਹੀਂ ਦਿੱਤੀ ਜਾ ਸਕਦੀ। ਇੱਕੋ ਇੱਕ ਵਿਚਾਰਧਾਰਾ ਤੋਂ ਨਿਰਲੇਪ ਸੱਚ ਦਾ ਸੰਕਲਪ ਝੂਠਾ ਤੇ ਕਪਟਪੂਰਨ ਹੈ। ਅਸਲੀਅਤ ਦੇ ਇੱਕ ਤੋਂ ਜ਼ਿਆਦਾ ਪ੍ਰਗਟਾਓ ਸੰਭਵ ਹੋ ਸਕਦੇ ਹਨ। ਇਸ 'ਚੋਂ ਗਿਆਨ ਦੀ ਅਨੇਕਤਾ ਵਿੱਚ ਭਰੋਸਾ ਪੈਦਾ ਹੁੰਦਾ ਹੈ। ਆਧੁਨਿਕ ਗਿਆਨ ਇਸ ਅਨੇਕਤਾ ਦਾ ਨਿਸ਼ੇਧ ਕਰਦਾ ਹੈ। ਇਸ ਅਨੇਕਤਾ ਦੀ ਕਦਰ ਕਰਨ ਦੀ ਥਾਵੇਂ ਇਸ ਪ੍ਰਤੀ ਸਨਕੀ ਭਾਵ ਪੈਦਾ ਕਰਦਾ ਹੈ। ਅਰਥਾਂ ਦੀ ਭਰਪੂਰਤਾ ਨਾਲੋਂ ਅਰਥਾਂ ਦੀ ਸ਼ੁੱਧਤਾ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਇਸ ਨਾਲ ਅਲੱਗ-ਅਲੱਗ ਪਰਿਪੇਖਾਂ ਦਰਮਿਆਨ ਸੰਵਾਦ ਦੀ ਭਾਵਨਾ ਤੇ ਸੰਭਾਵਨਾ ਗ੍ਰਹਿਣੀ ਜਾਂਦੀ ਹੈ ਤੇ ਇੱਕੋ ਪਰਿਪੇਖ ਦੀ ਸਰਬ ਪ੍ਰਧਾਨਤਾ ਸਥਾਪਿਤ ਕਰਨ ਦੀ ਅਮੋੜ ਤੇ ਅਲਚਕ ਰੁਚੀ ਨੂੰ ਬਲ ਮਿਲਦਾ ਹੈ। ਇਹ ਅਜਾਰੇਦਾਰੀ ਸਥਾਪਿਤ ਕਰਨ ਲਈ ਸੰਕਲਪਾਂ, ਇਸਤਲਾਹਾਂ ਤੇ ਪਰਵਰਗਾਂ, ਸ਼੍ਰੇਣੀਆਂ ਦੀਆਂ ਪਲਟਨਾਂ ਸਿਰਜੀਆਂ ਜਾਂਦੀਆਂ ਹਨ ਅਤੇ ਉਹਨਾਂ ਰਾਹੀਂ ਜੋ ਸੱਚ ਪ੍ਰਗਟਾਇਆ ਤੇ ਪ੍ਰਚਾਰਿਆ ਜਾਂਦਾ ਹੈ, ਉਹ ਸਭ ਇੱਕ ਵਿਸ਼ੇਸ਼ ਪਰਿਪੇਖ ਦੀ ਸਰਬ ਪ੍ਰਧਾਨਤਾ ਸਥਾਪਿਤ ਕਰਨ ਲਈ ਕੀਤੀ ਗਈ ਚੁਸਤੀ ਹੈ। ਅਸਲੀਅਤ ਵਿੱਚ ਵਿਗਿਆਨ ਨੇ ਇੱਕ ਅਜਿਹਾ ਸੱਭਿਆਚਾਰ ਸਿਰਜ ਦਿੱਤਾ ਹੈ ਜਿਸ ਮੁਤਾਬਕ ਸੰਸਾਰ ਨੂੰ ਹਰ ਥਾਵੀਂ ਪ੍ਰਮਾਣਿਤ ਵਿਗਿਆਨਕ ਉਕਤੀਆਂ ਦਾ ਸੰਗ੍ਰਹਿ ਤਸੱਵਰ ਕੀਤਾ ਜਾਂਦਾ ਹੈ। ਇਸ ਨੂੰ ਵਿਗਿਆਨ ਗਿਆਨ ਦਾ ਦਰਜਾ ਦੇ ਕੇ ਇਸ ਦੀ ਭੱਲ ਕਾਇਮ ਕੀਤੀ ਜਾਂਦੀ ਹੈ। P.N. ਹਕਸਰ ਵੱਲੋਂ ਆਧੁਨਿਕ ਗਿਆਨ ਨੂੰ ਨਿਸ਼ਚੇਜਨਕ ਗਿਆਨ ਦੀ ਉਪਮਾ ਦੇਣੀ ਇਸ ਬਿਰਤੀ ਦਾ ਉਗੜਵਾਂ ਇਜ਼ਹਾਰ ਹੈ। ਹਰਿੰਦਰ ਸਿੰਘ ਮਹਿਬੂਬ ਨੇ ਇਸ ਵਿਗਿਆਨ ਪੂਜ ਬਿਰਤੀ ਦਾ ਦੋਸ਼ ਇਹਨਾਂ ਸ਼ਬਦਾਂ ਵਿੱਚ ਦਰਸਾਇਆ ਹੈ। ਬੁੱਧੀ ਦੇ ਮੰਡਲ ਵਿੱਚ ਕੋਈ ਦੱਸਣਯੋਗ ਵਿਧੀ ਇੰਨੀ ਸੰਪੂਰਨ ਨਹੀਂ ਹੁੰਦੀ ਕਿ ਉਸ ਤੋਂ ਹਮੇਸ਼ਾ ਨਿਸ਼ਚਿਤ ਨਤੀਜੇ ਹੀ ਪੈਦਾ ਹੋਣ। ਬੁੱਧੀ ਦੇ ਮੰਡਲ ਵਿੱਚ ਨਿਸ਼ਚਿਤ ਵਿਧੀ ਤੇ ਨਿਸ਼ਚਿਤ ਨਤੀਜੇ ਅਨੇਕਾਂ ਵਾਰ ਇਸ ਕਾਰਨ ਵੀ ਪੈਦਾ ਹੋ ਜਾਂਦੇ ਹਨ ਕਿ ਮਨੁੱਖ ਦੀ ਵਿਵੇਕ ਦ੍ਰਿਸ਼ਟੀ ਇੱਕ ਸੀਮਤ ਦਿਸ਼ਾ ਤੋਂ ਅੱਗੇ ਮਾਰ ਨਹੀਂ ਕਰ ਸਕਦੀ, ਅਰਥਾਤ ਚੀਜ਼ਾਂ ਦੇ ਖਾਸ ਘੇਰੇ ਬਣਾ ਕੇ ਉਹਨਾਂ ਅਨੁਸਾਰ ਹੀ ਦ੍ਰਿਸ਼ ਨੂੰ ਵੇਖਦੀ ਹੈ ਅਤੇ ਇੰਜ ਸੋਚਣੀ ਬਣੀਆਂ ਬਣਾਈਆਂ ਅਮੌਲਿਕ ਅਤੇ ਪਹਿਲੇ ਹੀ ਸਾਂਚਿਆਂ ਵਿੱਚ ਰੱਖੀਆਂ ਕੀਮਤਾਂ ਨੂੰ ਅਪਣਾ ਕੇ ਸੰਤੁਸ਼ਟ ਹੋ ਜਾਂਦੀ ਹੈ। ਸੰਭਵ ਹੈ ਅੱਜ ਦੀ ਵਿਗਿਆਨ ਕੱਲ੍ਹ ਨੂੰ ਅਵਿਗਿਆਨ ਦੀ ਮੰਜ਼ਿਲ ਉੱਤੇ ਪਹੁੰਚ ਕੇ ਇਸ ਨਵੇਂ ਨੁਕਤੇ ਨੂੰ ਵਿਗਿਆਨਕ ਆਖੇ। ਵਿਗਿਆਨ ਅਤੇ ਅਵਿਗਿਆਨ ਦੋਵੇਂ ਹੀ ਕਿਸੇ ਸਹੀ ਨੁਕਤੇ ਦੀ ਤਲਾਸ਼ ਵਿੱਚ ਹਨ। ਸੱਚਾ ਉਹ ਹੈ ਜਿਸ ਦੀ ਤਲਾਸ਼ ਅੰਤਮ ਸੁਹਜ ਦੀ ਦ੍ਰਿਸ਼ਟੀ ਤੋਂ ਜ਼ਿਆਦਾ ਸਾਰਥਕ ਹੈ। ਸੱਚਾ ਉਹ ਨਹੀਂ ਜਿਸ ਕੋਲ ਦਸਵੇਂ ਪ੍ਰਮਾਣ ਜ਼ਿਆਦਾ ਹਨ। ਚੌਥਾ, ਭਾਵੁਕਤਾ ਤੇ ਤਰਕਸ਼ੀਲਤਾ। ਵਿਗਿਆਨ ਸੇਧ ਇੱਕ ਹੋਰ ਵੱਡੀ ਗੜਬੜ ਇਹ ਕਰਦੀ ਹੈ ਕਿ ਭਾਵਨਾਵਾਂ ਦਾ ਤਰਕਸ਼ੀਲ ਬੁੱਧੀ ਨਾਲੋਂ ਨਾਤਾ ਤੋੜ ਦਿੱਤਾ ਜਾਂਦਾ ਹੈ। ਤਰਕਸ਼ੀਲ ਸੋਚਣੀ ਦਾ ਅਰਥ ਵਿਅਕਤੀ ਦਾ ਬੇਲਾਗ, ਗੈਰ ਜਜ਼ਬਾਤੀ ਤੇ ਨਿਰਮੋਹਾ ਹੋਣਾ ਲਿਆ ਜਾਂਦਾ ਹੈ। ਜਜ਼ਬਾਤੀ ਹੋਣਾ ਮਿਹਣੇ ਵਾਲੀ ਗੱਲ ਸਮਝੀ ਜਾਂਦੀ ਹੈ। ਭਾਵੁਕਤਾ ਕਮਜ਼ੋਰੀ ਗਿਣੀ ਜਾਣ ਲੱਗ ਪੈਂਦੀ ਹੈ।
ਜਿਵੇਂ ਡਾਕਟਰੀ ਵਿੱਦਿਆ ਦੌਰਾਨ ਚੂਹਿਆਂ, ਡੱਡੂਆਂ ਜਾਂ ਹੋਰਨਾਂ ਜੀਵਾਂ ਦੀ ਚੀਰ-ਫਾੜ ਕਰਨ ਵੇਲੇ ਸਿਖਿਆਰਥੀ ਕੋਲੋਂ ਤਰਸ ਭਾਵਨਾ ਤੋਂ ਮੁਕਤ ਹੋਣ ਦੀ ਮੰਗ ਕੀਤੀ ਜਾਂਦੀ ਹੈ ਅਤੇ ਜੇਕਰ ਸਿਖਿਆਰਥੀ ਅੰਦਰ ਅਜਿਹਾ ਤਰਸ ਭਾਵ ਪੈਦਾ ਹੁੰਦਾ ਹੈ ਤਾਂ ਉਸ ਨੂੰ ਮਾੜਾ ਵਿਦਿਆਰਥੀ ਕਹਿ ਕੇ ਡਾਕਟਰੀ ਵਿੱਦਿਆ ਦੇ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਠੀਕ ਐਵੇਂ ਹੀ ਵਿਗਿਆਨ ਮੁਖੀ ਕਲਚਰ ਵਿੱਚ ਮਨੁੱਖ ਕੋਲੋਂ ਹਰ ਮਸਲੇ ਪ੍ਰਤੀ ਕੋਰੀ ਤਰਕਸ਼ੀਲ ਪਹੁੰਚ ਅਪਣਾਉਣ ਅਤੇ ਜਜ਼ਬਾਤੀ ਵਹਾਅ ਵਿੱਚ ਨਾ ਵਹਿਣ ਦੀ ਮੰਗ ਕੀਤੀ ਜਾਂਦੀ ਹੈ। ਜਜ਼ਬਾਤੀ ਹੋਣਾ ਵਿਅਕਤੀ ਦੀ ਸਿਧਾਂਤਕ ਤਰੁੱਟੀ ਸਮਝੀ ਜਾਂਦੀ ਹੈ। ਇਸ ਤਰ੍ਹਾਂ ਭਾਵੁਕਤਾ ਤੇ ਤਰਕਸ਼ੀਲਤਾ ਵਿੱਚ ਇੱਕ ਮਾਨਸਿਕ ਦਵੰਡ ਪੈਦਾ ਕਰ ਦਿੱਤੀ ਜਾਂਦੀ ਹੈ। ਮਨੁੱਖੀ ਅਹਿਸਾਸਾਂ ਨੂੰ ਸੂਤਰਾਂ ਵਿੱਚ ਬੰਨ੍ਹ ਦਿੱਤਾ ਜਾਂਦਾ ਹੈ। ਅਮੂਰਤ ਖਿਆਲਾਂ ਤੇ ਅੰਤਰਮੁਖੀ ਭਾਵਨਾਵਾਂ ਦਾ ਆਪਸੀ ਤਵਾਜ਼ਨ ਵਿਗੜ ਜਾਂਦਾ ਹੈ। ਅਮੂਰਤ ਤੇ ਵਿਸ਼ਲੇਸ਼ਣਾਤਮਕ ਵਿਚਾਰ ਮਨੁੱਖੀ ਜਜ਼ਬਿਆਂ ਉੱਤੇ ਭਾਰੂ ਹੈਸੀਅਤ ਹਾਸਲ ਕਰ ਜਾਂਦੇ ਹਨ, ਜਿਸ ਨਾਲ ਜ਼ਮੀਰਾਂ ਦੇ ਕੁਝ ਹਿੱਸੇ ਸੁੰਨ ਹੋ ਜਾਂਦੇ ਹਨ। ਕੁਝ ਗੱਲਾਂ ਮਸਲਿਆਂ ਬਾਰੇ ਵਿਅਕਤੀ ਦੀ ਸੰਵੇਦਨਸ਼ੀਲਤਾ ਖਤਮ ਹੋ ਜਾਂਦੀ ਹੈ। ਜਜ਼ਬਾਤ ਦੀ ਖੂਬਸੂਰਤੀ ਤੋਂ ਸਖਣਾ ਹਿਰਦਾ ਪੱਥਰ ਬਣ ਜਾਂਦਾ ਹੈ। ਉਸ ਵਿੱਚੋਂ ਤਰਸ, ਦਇਆ ਤੇ ਇਨਸਾਫ ਦੀ ਭਾਵਨਾ ਅਲੋਪ ਹੋ ਜਾਂਦੀ ਹੈ। ਮਨੁੱਖੀ ਹਿਰਦੇ ਜਦੋਂ ਪੱਥਰ ਬਣ ਜਾਣ ਤਾਂ ਬਹੁਤ ਖਤਰਨਾਕ ਹਾਲਤ ਪੈਦਾ ਹੋ ਜਾਂਦੀ ਹੈ। ਇਸ ਚੋਂ ਅਣਕਿਆਸੇ ਭਿਅੰਕਰ ਸਾਕੇ ਜਨਮ ਧਾਰ ਲੈਂਦੇ ਹਨ। ਵਿਗਿਆਨ ਮੁਖੀ ਕਲਚਰ ਵਿੱਚ ਇਸ ਰੁਚੀ ਨੂੰ ਸੁਚੇਤ ਰੂਪ ਵਿੱਚ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਭਾਵਨਾਵਾਂ ਅਮੂਰਤ ਤੇ ਤਰਕਸ਼ੀਲ ਟੀਚਿਆਂ ਦੇ ਰਸਤੇ ਦੀ ਰੁਕਾਵਟ ਨਾ ਬਣ ਸਕਣ। ਇਸ ਤਰ੍ਹਾਂ ਆਲਮੀ ਜੰਗਾਂ, ਨਾਗਾਸਾਕੀ ਤੇ ਹਿਰੋਸ਼ਿਮਾ, ਨਾਜ਼ੀਵਾਦ ਤੇ ਫਾਸ਼ੀਵਾਦ, ਕਮਿਊਨਿਸਟ ਰਾਜਾਂ ਦੀ ਬੇਕਸੀਸ ਤਾਨਾਸ਼ਾਹੀ, ਨਸਲਕੁਸ਼ੀਆਂ ਤੇ ਸਮੂਹਕ ਕਤਲੇਆਮਾਂ ਤੇ ਪਿਛਲੀ ਇੱਕ ਸਦੀ ਦੇ ਦੌਰਾਨ ਵਾਪਰੇ ਕਿੰਨੇ ਹੀ ਹੋਰਨਾਂ ਖੂਨੀ ਵਰਤਾਰਿਆਂ ਦੀਆਂ ਤੰਦਾਂ ਇਸ ਗਿਆਨ ਦੇ ਮਾਰਗ ਨਾਲ ਜਾ ਜੁੜਦੀਆਂ ਹਨ। ਦੂਜੇ ਮਹਾਯੁੱਧ ਦੇ ਆਖਰੀ ਦੌਰ ਅੰਦਰ 1945 ਵਿੱਚ ਅਮਰੀਕਾ ਤੇ ਜਾਪਾਨ ਵਿਚਕਾਰ ਹੋਏ ਗੁਪਤ ਸਫਾਰਤੀ ਚਿੱਠੀ ਪੱਤਰ ਦੇ ਨਸ਼ਰ ਹੋ ਜਾਣ ਤੋਂ ਬਾਅਦ ਇਹ ਤੱਥ ਉਘੜ ਕੇ ਸਾਹਮਣੇ ਆਇਆ ਹੈ ਕਿ ਜਾਪਾਨ ਉੱਤੇ ਐਟਮੀ ਬੰਬ ਸੁੱਟਣ ਤੋਂ ਬਿਨਾਂ ਹੀ ਜੰਗ ਦਾ ਖਾਤਮਾ ਸੰਭਵ ਸੀ। ਪਰ ਇਸ ਦੇ ਬਾਵਜੂਦ ਅਮਰੀਕਾ ਦੇ ਰਾਜਸੀ ਹੁਕਮਰਾਨਾਂ, ਸੈਨਿਕ ਅਫਸਰਾਂ ਤੇ ਸਾਇੰਸਦਾਨਾਂ ਨੇ ਐਟਮੀ ਬੰਬਾਂ ਦੀ ਵਰਤੋਂ ਕਰਨੀ ਜ਼ਰੂਰੀ ਸਮਝੀ ਸੀ, ਭਾਵੇਂ ਕਿ ਉਹਨਾਂ ਨੂੰ ਇਹਨਾਂ ਬੰਬਾਂ ਦੁਆਰਾ ਕੀਤੀ ਜਾਣ ਵਾਲੀ ਤਬਾਹੀ ਦੇ ਆਕਾਰ ਪਸਾਰ ਬਾਰੇ ਰਤੀ ਭਰ ਵੀ ਸੰਦੇਹ ਨਹੀਂ ਸੀ। ਇਸ ਬਾਰੇ ਉੱਚਤਮ ਪੱਧਰ ਤੇ ਹੋਏ ਰਾਏ ਮਸ਼ਵਰੇ ਅਨੁਸਾਰ ਬੰਬ ਸੁੱਟਣ ਦੇ ਪੱਖ ਵਿੱਚ ਜੋ ਦਲੀਲਾਂ ਦਿੱਤੀਆਂ ਗਈਆਂ ਸਨ, ਉਹਨਾਂ ਤੋਂ ਸਾਇੰਸ ਬਾਰੇ ਉੱਪਰ ਦਿੱਤੇ ਨਿਰਣਿਆਂ ਦੀ ਪੂਰੀ ਪੁਸ਼ਟੀ ਹੋ ਜਾਂਦੀ ਹੈ ਕਿ ਵਿਗਿਆਨ ਮੁਖੀ ਕਲਚਰ ਇੱਕ ਖਾਸ ਕਿਸਮ ਦੀ ਮਾਨਸਿਕਤਾ ਸਿਰਜ ਦਿੰਦਾ ਹੈ, ਜਿਸ ਨਾਲ ਵਿਅਕਤੀਆਂ ਅੰਦਰੋਂ ਮਾਨਵਵਾਦੀ ਸੰਵੇਦਨਸ਼ੀਲਤਾ ਖਤਮ ਹੋ ਜਾਂਦੀ ਹੈ ਅਤੇ ਉਹ ਤਰਕਸ਼ੀਲ ਟੀਚਿਆਂ ਦੀ ਪ੍ਰਾਪਤੀ ਲਈ ਅਣਮਨੁੱਖੀ ਕਾਰਿਆਂ ਵਾਸਤੇ ਬਹੁਤ ਆਸਾਨੀ ਨਾਲ ਮਨ ਬਣਾ ਲੈਂਦੇ ਹਨ। ਅਮਰੀਕਾ ਦੇ ਬਹੁਤ ਸਾਰੇ ਸੈਨਿਕ ਅਫਸਰਾਂ, ਖਾਸ ਕਰਕੇ ਪ੍ਰਸ਼ਾਂਤ ਮਹਾਸਾਗਰ ਵਿੱਚ ਯੁੱਧ ਦੇ ਮੈਦਾਨ ਵਿੱਚ ਤੈਨਾਤ ਕਮਾਂਡਰਾਂ ਨੇ ਬੰਬ ਸੁੱਟਣ ਦੀ ਮਨਜ਼ੂਰੀ ਇਸ ਕਰਕੇ ਦੇ ਦਿੱਤੀ ਸੀ ਕਿ ਇਸ ਨਾਲ ਜੰਗ ਦਾ ਛੇਤੀ ਨਿਬੇੜਾ ਹੁੰਦਾ ਸੀ ਅਤੇ ਕੁਝ ਕੁ ਲੱਖ ਜਾਪਾਨੀ ਸ਼ਹਿਰੀਆਂ ਨੂੰ ਮਾਰ ਕੇ ਯੁੱਧ ਖੇਤਰ ਵਿੱਚ ਅਮਰੀਕੀ ਸੈਨਿਕਾਂ ਦੀਆਂ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਸੀ। ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਦੇ ਖਾਸੋ ਖਾਸ ਸਲਾਹਕਾਰ ਜੇਮਜ਼ ਬਾਇਰਨਸ, ਜਿਸ ਨੂੰ ਬਾਅਦ ਵਿੱਚ ਛੇਤੀ ਹੀ ਸੈਕਟਰੀ ਆਫ ਸਟੇਟ ਨਾਮਜ਼ਦ ਕਰ ਦਿੱਤਾ ਗਿਆ ਸੀ, ਨੇ ਐਟਮੀ ਬੰਬ ਦੇ ਉਤਪਾਦਨ ਵਿੱਚ ਭਾਈਵਾਲ ਇੱਕ ਨਾਮਵਰ ਵਿਗਿਆਨੀ ਦੀ ਬੰਬ ਨਾ ਸੁੱਟਣ ਦੀ ਦਾਨੀ ਦਲੀਲ ਤੇ ਅਪੀਲ ਇਸ ਕਰਕੇ ਰੱਦ ਕਰ ਦਿੱਤੀ ਸੀ ਕਿ ਬੰਬ ਬਣਾਉਣ ਉੱਤੇ ਪਹਿਲਾਂ ਹੀ $2 ਬਿਲੀਅਨ ਖਰਚੇ ਜਾ ਚੁੱਕੇ ਸਨ ਅਤੇ ਅਮਰੀਕੀ ਕਾਂਗਰਸ ਨੇ ਸਰਕਾਰ ਨੂੰ ਇਸ ਗੱਲੋਂ ਘੇਰ ਲੈਣਾ ਸੀ ਕਿ ਆਖਰਕਾਰ ਉਹ ਪੈਸਾ ਕਿਸ ਲੇਖੇ ਲੱਗਿਆ। ਨਾਗਾਸਾਕੀ ਉੱਤੇ ਦੂਜਾ ਬੰਬ ਗਿਰਾ ਦੇਣ ਤੋਂ ਬਾਅਦ ਰਾਸ਼ਟਰਪਤੀ ਟਰੂਮੈਨ ਨੇ ਪੂਰਾ ਪੱਥਰ ਦਿਲ ਹੋ ਕੇ ਫੜ ਮਾਰੀ ਸੀ ਕਿ ਅਸੀਂ ਇਤਿਹਾਸ ਅੰਦਰ ਸਭ ਤੋਂ ਵੱਡੇ ਵਿਗਿਆਨਕ ਜੂਏ ਉੱਤੇ $2 ਬਿਲੀਅਨ ਲਾ ਦਿੱਤਾ ਤੇ ਅਸੀਂ ਫਤਿਹ ਹਾਸਲ ਕਰ ਲਈ। ਨਿਊਯਾਰਕ ਟਾਈਮਜ਼ ਵੱਲੋਂ ਐਟਮ ਬੰਬ ਦੇ ਪਿਤਾ ਸ਼੍ਰੀ ਕਹਿ ਕੇ ਵਡਿਆਏ ਗਏ ਚੋਟੀ ਦੇ ਵਿਗਿਆਨੀ ਐਨਰਿਕੋ ਫਰਮੀ ਨੂੰ ਜੰਗ ਦੇ ਮੋਰਚੇ ਉੱਤੇ ਅਸਲੀ ਸਥਿਤੀ ਨਾਲ ਕੋਈ ਵਾਸਤਾ ਨਹੀਂ ਸੀ। ਉਸਨੇ ਬੰਬ ਸੁੱਟਣ ਦੇ ਪੱਖ ਵਿੱਚ ਜ਼ੋਰਦਾਰ ਦਲੀਲਬਾਜ਼ੀ ਕਰਦਿਆਂ ਕਿਹਾ ਸੀ ਕਿ ਜਦੋਂ ਜੰਗ ਜਿੱਤਣ ਲਈ ਇੱਕ ਹਥਿਆਰ ਬਣਾਇਆ ਜਾ ਚੁੱਕਾ ਹੈ ਤਾਂ ਇਸ ਦੀ ਵਰਤੋਂ ਹੋਣੀ ਹੀ ਚਾਹੀਦੀ ਹੈ। ਫਰਮੀ ਦੀ ਪਤਨੀ ਲੌਰਾ ਫਰਮੀ, ਜਿਹੜੀ ਕਿ ਉਸ ਦੀ ਜੀਵਨ ਸਾਥਣ ਹੀ ਨਹੀਂ ਹਮਜ਼ਾਤ, ਹਮਖਿਆਲ ਤੇ ਹਮਰਾਹ ਵੀ ਸੀ,
ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਐਟਮ ਬੰਬ ਦੀ ਵਰਤੋਂ ਕੀਤੇ ਜਾਣ ਬਾਰੇ ਉਸਦੇ ਖਿਆਲਾਂ ਦਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਫਰਮੀ ਐਟਮ ਬੰਬ ਦੇ ਉਤਪਾਦਨ ਨੂੰ ਸਾਇੰਸ ਦੀ ਤਰੱਕੀ ਵਜੋਂ ਵੇਖਦਾ ਸੀ ਅਤੇ ਉਹ ਕਿਸੇ ਵੀ ਕੀਮਤ ਉੱਤੇ ਸਾਇੰਸ ਦੀ ਤਰੱਕੀ ਦਾ ਰਾਹ ਰੋਕੇ ਜਾਣ ਦਾ ਹਾਮੀ ਨਹੀਂ ਸੀ। ਉਸ ਦਾ ਵਿਸ਼ਵਾਸ ਸੀ ਕਿ ਸਾਇੰਸ ਦੀ ਤਰੱਕੀ ਰੋਕ ਲੈਣ ਨਾਲ ਕੁਝ ਵੀ ਹਾਸਲ ਨਹੀਂ ਸੀ ਹੋਣਾ ਅਤੇ ਮਾਨਵਤਾ ਦਾ ਭਵਿੱਖ ਜਿਹੋ ਜਿਹਾ ਮਰਜ਼ੀ ਪਿਆ ਹੁੰਦਾ ਹੋਵੇ, ਸਾਨੂੰ ਬੰਬ ਸੁੱਟਣ ਦੀ ਤਜਵੀਜ਼ ਪ੍ਰਵਾਨ ਕਰ ਲੈਣੀ ਚਾਹੀਦੀ ਹੈ, ਕਿਉਂਕਿ ਗਿਆਨ ਜਹਾਲਤ ਨਾਲੋਂ ਹਮੇਸ਼ਾ ਹੀ ਬਿਹਤਰ ਹੁੰਦਾ ਹੈ। ਗਿਆਨ ਦੇ ਮਾਰਗ ਦੀ ਇਸ ਨਾਲੋਂ ਵਧੇਰੇ ਸ਼ੁੱਧ ਤੇ ਸੱਚੀ ਤਰਜਮਾਨੀ ਹੋਰ ਕੋਈ ਨਹੀਂ ਹੋ ਸਕਦੀ। ਗਿਆਨ ਦੇ ਮਾਰਗ ਦਾ ਅਸਲੀ ਸੱਚ ਇਸ ਕਿੱਸੇ ਨਾਲੋਂ ਵਧੇਰੇ ਕਾਰਗਰ ਢੰਗ ਨਾਲ ਹੋਰ ਕਿਸੇ ਵੀ ਤਰ੍ਹਾਂ ਸਮਝ ਨਹੀਂ ਪੈ ਸਕਦਾ। ਮੱਧਯੁੱਗ ਅੰਦਰ ਵੀ ਮਨੁੱਖ ਅੰਦਰ ਅਜਿਹੀਆਂ ਹੈਵਾਨੀ ਬਿਰਤੀਆਂ ਦੇ ਪ੍ਰਗਟ ਹੋਣ ਦੀਆਂ ਮਿਸਾਲਾਂ ਮਿਲ ਸਕਦੀਆਂ ਹਨ, ਪਰ ਇਸ ਤਰ੍ਹਾਂ ਦੇ ਅਣਮਨੁੱਖੀ ਪਾਪਾਂ ਨੂੰ ਜਹਾਲਤ ਦੇ ਖਾਤਮੇ ਦੇ ਮਿਸ਼ਨ ਨਾਲ ਜੋੜ ਦੇਣਾ ਜਾਂ ਇਸ ਨੂੰ ਗਿਆਨ ਦੀਆਂ ਬਰਕਤਾਂ ਦੇ ਹਾਂਵਾਚੀ ਅਮਲ ਵਜੋਂ ਵੇਖਣਾ ਵਿਗਿਆਨ ਤੇ ਸੱਭਿਅਤਾ ਦੇ ਯੁੱਗ ਅੰਦਰ ਹੀ ਸੰਭਵ ਹੋ ਸਕਦਾ ਹੈ। 19 ਅਪ੍ਰੈਲ 2012 ਨੂੰ ਭਾਰਤ ਵੱਲੋਂ ਦੂਰ ਤੱਕ ਮਾਰ ਕਰਨ ਵਾਲੀ ਅਗਨੀ 5 ਮਿਜ਼ਾਈਲ ਦਾ ਸਫਲ ਤਜਰਬਾ ਕਰਨ ਉਪਰੰਤ ਇਹ ਘਾਤਕ ਹਥਿਆਰ ਤਿਆਰ ਕਰਨ ਵਾਲੇ ਵਿਗਿਆਨੀਆਂ ਦੇ ਚਿਹਰਿਆਂ ਵਿੱਚੋਂ ਡੁੱਲ ਪੈਂਦੀ ਖੁਸ਼ੀ ਸਾਇੰਸ ਦੁਆਰਾ ਸਿਰਜੀ ਮਾਨਸਿਕਤਾ ਦੀ ਕਰੂਪ ਤਸਵੀਰ ਪੇਸ਼ ਕਰਦੀ ਹੈ। ਮਨੁੱਖਤਾ ਦੀ ਤਬਾਹੀ ਦਾ ਸਾਮਾਨ ਪੈਦਾ ਕਰ ਲੈਣ ਉੱਤੇ ਵਿਗਿਆਨੀਆਂ ਵੱਲੋਂ ਖੁਸ਼ੀ ਵਿੱਚ ਚਾਂਬੜਾਂ ਪਾਉਣੀਆਂ ਸੱਭਿਅਤਾ ਦੇ ਯੁੱਗ ਉੱਤੇ ਵਿਅੰਗਮਈ ਟਿੱਪਣੀ ਹੈ। ਇਸ ਰੌਸ਼ਨੀ ਵਿੱਚ ਵੇਖਿਆ ਆਇਨਸਟਾਈਨ ਦੀ ਸਾਇੰਸ ਵਿੱਚ ਵਧਵਾਂ ਵਿਸ਼ਵਾਸ ਪ੍ਰਗਟਾਉਣ ਦੇ ਖਿਲਾਫ ਦਿੱਤੀ ਗਈ ਚੇਤਾਵਨੀ ਦੇ ਗੂੜ ਅਰਥ ਇੱਕਦਮ ਸਪਸ਼ਟ ਹੋ ਜਾਂਦੇ ਹਨ। ਆਇਨਸਟਾਈਨ ਦੀ ਵਿਲੱਖਣਤਾ ਇਹ ਸੀ ਕਿ ਚੋਟੀ ਦਾ ਵਿਗਿਆਨੀ ਹੋਣ ਦੇ ਬਾਵਜੂਦ ਉਹ ਵਿਗਿਆਨ ਦਾ ਮੁਰੀਦ ਨਹੀਂ ਸੀ, ਉਹ ਤਰਕਸ਼ੀਲਤਾ ਦਾ ਪੁਜਾਰੀ ਨਹੀਂ ਸੀ। ਸਾਇੰਸ ਤੇ ਤਰਕਸ਼ੀਲਤਾ ਬਾਰੇ ਉਸ ਦਾ ਨਜ਼ਰੀਆ ਆਮ ਵਿਗਿਆਨੀਆਂ ਨਾਲੋਂ ਵੱਖਰਾ ਸੀ। ਉਸ ਦੇ ਧਰਮ ਬਾਰੇ ਤੇ ਮਨੁੱਖੀ ਜਜ਼ਬਿਆਂ ਬਾਰੇ, ਅੰਤਰਮੁਖੀ ਵਰਤਾਰਿਆਂ ਬਾਰੇ ਵਿਚਾਰ ਵਿਗਿਆਨਵਾਦੀਆਂ ਨਾਲੋਂ ਬਹੁਤੇ ਹਟਵੇਂ ਸਨ। ਵਿਗਿਆਨ ਦੇ ਉਪਾਸ਼ਕਾਂ ਵੱਲੋਂ ਇੱਕ ਵਾਜਿਬ ਸਵਾਲ ਖੜਾ ਕੀਤਾ ਜਾ ਸਕਦਾ ਹੈ ਕਿ ਧਾਰਮਿਕ ਕੱਟੜਤਾ ਵੀ ਮਨੁੱਖ ਨੂੰ ਪੱਥਰ ਦਿਲ ਤੇ ਦਰਿੰਦਾ ਨਹੀਂ ਬਣਾ ਦਿੰਦੀ, ਕਿ ਉਸ ਦੇ ਦਿਲ ਵਿੱਚੋਂ ਵੀ ਦਇਆ ਤੇ ਤਰਸ ਦੀ ਭਾਵਨਾ ਅਲੋਪ ਨਹੀਂ ਹੋ ਜਾਂਦੀ, ਕਿ ਧਰਮ ਦੇ ਪੈਰੋਕਾਰਾਂ ਵੱਲੋਂ ਵੀ ਬੇਹੱਦ ਘਟੀਆ ਦਰਜੇ ਦਾ ਵੈਸ਼ੀਪੁਣਾ ਨਹੀਂ ਵਿਖਾਇਆ ਜਾਂਦਾ। ਅਤੀਤ ਵਿੱਚੋਂ ਤੇ ਸਮਕਾਲ ਵਿੱਚੋਂ ਵੀ ਕੀ ਇਸ ਦੀਆਂ ਅਨੇਕਾਂ ਉਗੜਵੀਆਂ ਮਿਸਾਲਾਂ ਨਹੀਂ ਮਿਲਦੀਆਂ। ਸਵਾਲ ਵਾਜਬ ਹੈ, ਪਰ ਸਾਡੇ ਕੋਲ ਇਸ ਦਾ ਉੱਤਰ ਹੈ। ਇਹ ਤੱਥ ਪੂਰਾ ਸਹੀ ਹੈ ਕਿ ਧਰਮਾਂ ਦੇ ਕੱਟੜ ਪੈਰੋਕਾਰਾਂ ਨੇ ਅਤੀਤ ਵਿੱਚ ਲੋਕਾਂ, ਖਾਸ ਕਰਕੇ ਵੱਖਰੇ ਧਰਮਾਂ ਦੇ ਪੈਰੋਕਾਰਾਂ ਉੱਤੇ ਬਹੁਤ ਹੀ ਵਹਿਸ਼ੀ ਜ਼ੁਲਮ ਢਾਏ ਹਨ ਅਤੇ ਵਰਤਮਾਨ ਦੌਰ ਵਿੱਚ ਵੀ ਇਸ ਦੀਆਂ ਕਈ ਮਨਹੂਸ ਉਦਾਹਰਨਾਂ ਮਿਲਦੀਆਂ ਹਨ, ਖਾਸ ਕਰਕੇ ਇਸਲਾਮ ਜਗਤ ਅੰਦਰ, ਪਰ ਨਾਲ ਹੀ ਹਿੰਦੂਆਂ ਅੰਦਰ ਵੀ। ਨਵੰਬਰ 1984 ਵਿੱਚ ਦਿੱਲੀ ਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਅਤੇ ਮਾਰਚ 2002 ਵਿੱਚ ਗੁਜਰਾਤ ਅੰਦਰ ਹਿੰਦੂ ਧਰਮ ਦੇ ਪੈਰੋਕਾਰਾਂ ਨੇ ਕਰਮਵਾਰ ਸਿੱਖਾਂ ਤੇ ਮੁਸਲਮਾਨਾਂ ਦਾ ਜਿਸ ਸਮੂਹਕ ਪੈਮਾਨੇ ਤੇ ਵਹਿਸ਼ੀਆਨਾ ਕਤਲੇਆਮ ਕੀਤਾ, ਉਹ ਕਿਸੇ ਪੱਖੋਂ ਵੀ ਨਾਜ਼ੀਵਾਦੀ ਦਰਿੰਦਗੀ ਨਾਲੋਂ ਘੱਟ ਨਹੀਂ ਸੀ। ਪਰ ਧਰਮਾਂ ਨਾਲ ਜੁੜੇ ਅਤੀਤ ਤੇ ਵਰਤਮਾਨ ਦੇ ਇਹਨਾਂ ਸਾਰੇ ਵਹਿਸ਼ੀ ਵਰਤਾਰਿਆਂ ਦੀ ਤਾਰਕਿਕ ਵਿਆਖਿਆ ਸੰਭਵ ਹੈ। ਇਸ ਮਾਮਲੇ ਵਿੱਚ ਇੱਕ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਧਰਮ ਬਾਰੇ ਆਮ ਰੂਪ ਵਿੱਚ ਗੱਲ ਕਰਨ ਦੀ ਥਾਵੇਂ ਵਿਸ਼ੇਸ਼ ਧਰਮ ਦੇ ਠੋਸ ਪ੍ਰਸੰਗ ਵਿੱਚ ਹੀ ਗੱਲ ਹੋਣੀ ਚਾਹੀਦੀ ਹੈ। ਮਿਸਾਲ ਵਜੋਂ ਸਿੱਖ ਧਰਮ ਦੇ ਸਬੰਧ ਵਿੱਚ ਪੂਰੇ ਮਾਣ ਨਾਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਿੱਖ ਧਰਮ ਦੇ 5 ਸਦੀਆਂ ਤੱਕ ਫੈਲੇ ਸਮੁੱਚੇ ਇਤਿਹਾਸ ਵਿੱਚੋਂ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਿੱਥੇ ਸਿੱਖ ਸਮੂਹਕ ਰੂਪ ਵਿੱਚ ਅੰਨੀ ਹਿੰਸਾ ਉੱਤੇ ਉਤਾਰੂ ਹੋ ਗਏ ਹੋਣ ਅਤੇ ਉਹਨਾਂ ਨੇ ਉੱਕਾ ਹੀ ਨਿਰਦੋਸ਼ ਲੋਕਾਂ ਉੱਤੇ ਸਮੂਹਕ ਤੌਰ ਤੇ ਵਹਿਸ਼ੀ ਜ਼ੁਲਮ ਢਾਏ ਹੋਣ। ਹੋਰ ਤਾਂ ਹੋਰ 18ਵੀਂ ਸਦੀ ਅੰਦਰ ਜਦੋਂ ਸਿੱਖ ਕੌਮ ਨੂੰ ਅਫਗਾਨੀਆਂ ਤੇ ਮੁਗਲਾਂ ਹੱਥੋਂ ਬੇਹੱਦ ਘਿਨਾਉਣੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਹਨਾਂ ਨੇ ਖੂਨ ਦੇ ਵਗ ਰਹੇ ਵਹਿਣਾਂ ਵਿੱਚ ਵੀ ਇਹਨਾਂ ਜ਼ੁਲਮਾਂ ਵਿਰੁੱਧ ਹਥਿਆਰਬੰਦ ਜੰਗ ਲੜਦਿਆਂ ਸਦਾਚਾਰਕ ਕਦਰਾਂ ਕੀਮਤਾਂ ਦਾ ਪੱਲਾ ਨਹੀਂ ਛੱਡਿਆ ਸੀ। ਫਿਰ ਉਦੋਂ ਵੀ ਜਦੋਂ ਉਹ ਸਦੀ ਭਰ ਅਣਮਨੁੱਖੀ ਜ਼ੁਲਮ ਸਹਿਣ ਤੋਂ ਬਾਅਦ ਅਖੀਰ ਵਿੱਚ ਜਾ ਕੇ ਆਪਣੇ ਸੁਤੰਤਰ ਰਾਜ ਭਾਗ ਦੇ ਮਾਲਕ ਬਣ ਗਏ ਸਨ, ਉਹਨਾਂ ਵੱਲੋਂ ਆਪ ਤੋਂ ਵੱਖਰੇ ਧਰਮਾਂ ਦੇ ਲੋਕਾਂ ਜਾਂ ਆਮ ਪਰਜਾ ਉੱਤੇ ਜ਼ੁਲਮ ਢਾਉਣ ਦੀ ਕੋਈ ਗਵਾਹੀ ਨਹੀਂ ਮਿਲਦੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਹ ਸੂਚਨਾ ਮਿਲੀ ਸੀ ਕਿ ਫਰੰਟੀਅਰ ਵਿੱਚ ਉਸ ਦਾ ਗਵਰਨਰ ਅਬੂਤੇਬਲ, ਜਿਹੜਾ ਕਿ ਯੂਰਪੀ ਇਤਾਲਵੀ ਸੀ, ਪਠਾਣਾਂ ਨਾਲ ਵਧੀਕੀਆਂ ਕਰ ਰਿਹਾ ਸੀ, ਤਾਂ ਮਹਾਰਾਜੇ ਨੇ ਉਸ ਨੂੰ ਉਸੇ ਵੇਲੇ ਲਿਖਤੀ ਫਰਮਾਨ ਭੇਜ ਕੇ
ਜ਼ੁਲਮ ਢਾਉਣ ਤੋਂ ਸਖਤੀ ਨਾਲ ਵਰਜ ਦਿੱਤਾ ਸੀ। ਕੋਈ ਕਮਿਊਨਿਸਟ ਕੀ ਸਮਾਜਵਾਦੀ ਰਾਜਾਂ ਦੀ ਇਸ ਨਾਲ ਮੜਿਕਦੀ ਕੋਈ ਉਦਾਹਰਨ ਦੇ ਸਕਦਾ ਹੈ ਜਦੋਂ ਕਿਸੇ ਕਮਿਊਨਿਸਟ ਰਾਜ ਅੰਦਰ ਲੋਕਾਂ ਉੱਤੇ ਵਿਆਪਕ ਪੈਮਾਨੇ ਤੇ ਵਹਿਸ਼ੀ ਜ਼ੁਲਮ ਨਾ ਢਾਏ ਗਏ ਹੋਣ ਅਤੇ ਕਿਸੇ ਕਮਿਊਨਿਸਟ ਹੁਕਮਰਾਨ ਨੇ ਆਪਣੇ ਹੀ ਅਧਿਕਾਰੀਆਂ ਦੀ ਜ਼ੁਲਮ ਢਾਉਣ ਬਦਲੇ ਜਵਾਬ ਤਲਬੀ ਕੀਤੀ ਹੋਵੇ। ਸਗੋਂ ਇਸ ਦੇ ਉਲਟ ਸੈਂਕੜੇ ਨਹੀਂ ਹਜ਼ਾਰਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ। ਇਸ ਮਾਮਲੇ ਵਿੱਚ ਛੋਟ ਵਜੋਂ ਇੱਕ ਮਿਸਾਲ ਲੈਨਿਨ ਦੀ ਮਿਲਦੀ ਹੈ, ਜਦੋਂ ਉਸਨੇ ਬਿਮਾਰੀ ਦੀ ਹਾਲਤ ਵਿੱਚ ਬਿਸਤਰੇ ਤੇ ਪਿਆ ਸਟਾਲਿਨ ਤੇ ਦਰਜਿੰਸਕੀ ਦੀ ਜਾਰਜੀਆ ਦੇ ਲੋਕਾਂ ਉੱਤੇ ਕੌਮੀ ਜਬਰ ਢਾਉਣ ਦੇ ਦੋਸ਼ ਬਦਲੇ ਚਿੱਠੀ ਦੇ ਜ਼ਰੀਏ ਤਿੱਖੀ ਝਾੜ ਚੰਬ ਕੀਤੀ ਸੀ। ਲੈਨਿਨ ਦੇ ਇਸ ਵਿਕਲੋਤਰੇ ਅੰਦਾਜ਼ ਦੀ ਸਹੀ ਵਿਆਖਿਆ ਉਸ ਦੀ ਸ਼ਖਸੀਅਤ ਤੇ ਰਾਜਸੀ ਵਿਚਾਰਧਾਰਾ ਨੂੰ ਸਮੁੱਚਤਾ ਵਿੱਚ ਸਮਝ ਕੇ ਹੀ ਸੰਭਵ ਹੋ ਸਕਦੀ ਹੈ। ਕੌਮੀਅਤਾਂ ਦੇ ਮਸਲੇ ਬਾਰੇ ਲੈਨਿਨ ਦੀ ਸਮੁੱਚੀਆਂ ਲਿਖਤਾਂ ਤੇ ਨੀਤੀਆਂ ਦਾ ਘੋਖਵਾਂ ਮੁਲਾਂਕਣ ਕੀਤਾ ਜਾਵੇ ਤਾਂ ਉਸ ਦੀਆਂ ਅੰਤਰਮੁਖੀ ਭਾਵਨਾਵਾਂ ਤੇ ਤਰਕਸ਼ੀਲ ਵਿਚਾਰਾਂ ਵਿਚਕਾਰ ਅੰਤਰ ਵਿਰੋਧ ਸਾਫ਼ ਨਜ਼ਰ ਆ ਜਾਂਦਾ ਹੈ। ਜਾਪਦਾ ਇਹ ਹੈ ਕਿ ਭਾਵਨਾਵਾਂ ਦੇ ਪੱਧਰ ਤੇ ਲੈਨਿਨ ਕੌਮੀਅਤਾਂ ਦੇ ਮਸਲਿਆਂ ਬਾਰੇ ਬੇਹੱਦ ਸੰਵੇਦਨਸ਼ੀਲ ਸੀ। ਕੌਮੀ ਜਬਰ ਤੇ ਵਿਤਕਰੇ ਦੀ ਕੋਈ ਵੀ ਘਟਨਾ ਉਸ ਨੂੰ ਭਾਵਨਾਤਮਕ ਤੌਰ ਤੇ ਬੇਚੈਨ ਕਰ ਦਿੰਦੀ ਸੀ, ਪਰ ਕੌਮੀਅਤਾਂ ਦੇ ਮਸਲੇ ਬਾਰੇ ਉਸ ਦੀਆਂ ਸਿਧਾਂਤਕ ਧਾਰਨਾਵਾਂ ਮਾਰਕਸ ਤੇ ਐਂਗਲਸ ਨਾਲੋਂ ਬਹੁਤੀਆਂ ਵੱਖਰੀਆਂ ਨਹੀਂ ਸਨ। ਭਾਵ ਇਹ ਕਿ ਇਤਿਹਾਸ ਦੇ ਪੜਾਅਵਾਰ ਵਿਕਾਸ ਦੇ ਸਿਧਾਂਤ ਵਿੱਚ ਅਡੋਲ ਯਕੀਨ ਰੱਖਣ ਸਦਕਾ ਉਸ ਨੂੰ ਛੋਟੇ ਜਾਂ ਲਘੂ ਸਮਝੇ ਜਾਂਦੇ ਅਤੇ ਵਿਕਾਸ ਦੀ ਪੂਰਬ ਆਧੁਨਿਕ ਅਵਸਥਾ ਵਿੱਚ ਅਟਕੇ ਖਲੋਤੇ ਸੱਭਿਆਚਾਰਾਂ ਦਾ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ ਸੀ। ਇਤਿਹਾਸ ਦੀ ਉਦਾਰਵਾਦੀ ਤੇ ਮਾਰਕਸਵਾਦੀ ਧਾਰਨਾ ਅਨੁਸਾਰ ਉਹ ਇਹਨਾਂ ਅਭਾਗੇ ਸੱਭਿਆਚਾਰਾਂ ਦੇ ਵਡੇਰੇ ਤੇ ਵਿਕਸਤ ਸੱਭਿਆਚਾਰਾਂ ਵਿੱਚ ਰਲੇਵੇਂ ਦੀ ਪੋਜੀਸ਼ਨ ਦਾ ਮੁੱਦਈ ਸੀ, ਪਰ ਉਹ ਇਹ ਟੀਚਾ ਅੱਖੜ ਤਰੀਕਿਆਂ ਨਾਲ ਨਹੀਂ ਸਗੋਂ ਜਮਹੂਰੀ ਢੰਗਾਂ ਨਾਲ ਹਾਸਲ ਕਰਨ ਦੀ ਸਮਝ ਰੱਖਦਾ ਸੀ। ਸੌਖੀ ਭਾਸ਼ਾ ਵਿੱਚ ਗੱਲ ਕਰਨੀ ਹੋਵੇ ਤਾਂ ਉਹ ਇਹਨਾਂ ਸੱਭਿਆਚਾਰਾਂ ਦਾ ਬੇਰਹਿਮੀ ਨਾਲ ਦਮਨ ਕਰਨ ਦੀ ਥਾਵੇਂ ਇਹਨਾਂ ਦੇ ਵਜੂਦ ਨੂੰ ਪਲੋਸਵੀਂ ਛੋਹ ਨਾਲ ਸਹਿਜੇ ਮਲੀਆਮੇਟ ਕਰਨ ਦੀ ਸਮਝ ਤੇ ਸੇਧ ਰੱਖਦਾ ਸੀ। ਇਸ ਤਰ੍ਹਾਂ ਉਸ ਦੀ ਸੰਵੇਦਨਸ਼ੀਲਤਾ ਅੰਦਰ ਨੈਤਿਕਤਾ ਨਾਲੋਂ ਰਾਜਨੀਤੀ ਦਾ ਅੰਸ਼ ਪ੍ਰਮੁੱਖ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦਾ ਮਾਮਲਾ ਇਸ ਨਾਲੋਂ ਵੱਖਰਾ ਸੀ। ਉਸ ਦੀ ਸੰਵੇਦਨਸ਼ੀਲਤਾ ਕਿਸੇ ਤਰਕਸ਼ੀਲ ਰਾਜਸੀ ਸੋਚ ਵਿੱਚੋਂ ਪੈਦਾ ਨਹੀਂ ਹੋਈ ਸੀ, ਇਹ ਉਸ ਦਾ ਸਹਿਜ ਗੁਣ ਸੀ। ਇਸ ਦੇ ਪਿੱਛੇ 10 ਗੁਰੂ ਸਾਹਿਬਾਨ ਦਾ ਫਲਸਫਾ ਤੇ ਜੀਵਨ ਅਤੇ ਇਸ ਦੀ ਸੇਧ ਵਿੱਚ ਢਲਿਆ ਲਗਭਗ ਇੱਕ ਪੂਰੀ ਸਦੀ ਦਾ ਇਤਿਹਾਸਕ ਅਮਲ ਖੜਾ ਸੀ। ਇਹ ਕਹਿਣਾ ਠੀਕ ਨਹੀਂ ਕਿ ਕਿਸੇ ਧਰਮ ਦੇ ਲੋਕ ਫਿਤਰਤਨ ਹੀ ਵਧੇਰੇ ਜ਼ਾਲਮ ਜਾਂ ਕੱਟੜ ਹਨ। ਇਹ ਕੋਈ ਬੀਜ ਰੂਪਾਂ ਜੀਨਸ ਦਾ ਮਾਮਲਾ ਨਹੀਂ ਹੈ, ਇਹ ਫਲਸਫੇ ਤੇ ਵਿਚਾਰਧਾਰਾ ਦਾ ਮਾਮਲਾ ਹੈ। ਕਿਸੇ ਵੀ ਵਿਸ਼ੇਸ਼ ਧਰਮ ਜਾਂ ਵਿਚਾਰਧਾਰਾ ਨੂੰ ਪਰਨਾਏ ਸਮੂਹ ਦਾ ਵਤੀਰਾ ਉਸ ਫਲਸਫੇ ਜਾਂ ਵਿਚਾਰਧਾਰਾ ਦੇ ਮੂਲ ਚਰਿੱਤਰ ਤੋਂ ਹੀ ਨਿਰਧਾਰਤ ਹੁੰਦਾ ਹੈ। ਉਦਾਰਵਾਦੀ ਫਲਸਫਾ, ਕਮਿਊਨਿਸਟ ਫਲਸਫਾ, ਨਾਜ਼ੀਵਾਦ, ਫਾਸ਼ੀਵਾਦ, ਈਸਾਈਅਤ, ਇਸਲਾਮ, ਬ੍ਰਾਹਮਣਵਾਦ, ਇਹਨਾਂ ਸਾਰਿਆਂ ਦੀ ਇੱਕ ਗੱਲ ਸਾਂਝੀ ਹੈ, ਇਹ ਸਾਰੇ ਹੀ ਮੂਲ ਖਾਸੇ ਪੱਖੋਂ ਇਕਤਾਵਾਦੀ ਹਨ, ਸ੍ਰਿਸ਼ਟੀ ਦੇ ਨਿਯਮਾਂ ਦੇ ਵਿਰੋਧੀ ਹਨ। ਇਹਨਾਂ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਵੰਨ ਸੁਵੰਨਤਾ ਦੀ ਕਦਰ ਪੈਦਾ ਨਹੀਂ ਹੋ ਸਕਦੀ, ਇਸ ਕਰਕੇ ਉਹ ਇਸ ਮਸਲੇ ਪ੍ਰਤੀ ਖਰੇ ਰੂਪ ਵਿੱਚ ਸੰਵੇਦਨਸ਼ੀਲ ਨਹੀਂ ਹੋ ਸਕਦੇ। ਉਹ ਵੱਧ ਤੋਂ ਵੱਧ ਕਿਸੇ ਨੀਤੀ ਦੇ ਤਹਿਤ ਹੀ ਕਿਸੇ ਹੱਦ ਤੱਕ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰ ਸਕਦੇ ਹਨ। ਖਰੀ ਸੰਵੇਦਨਸ਼ੀਲਤਾ ਦਾ ਆਧਾਰ ਨੈਤਿਕਤਾ ਹੀ ਹੋ ਸਕਦੀ ਹੈ। ਸੋ ਇਹ ਕੋਈ ਖੂਨ ਦੇ ਨੁਕਸ ਦਾ ਮਾਮਲਾ ਨਹੀਂ, ਸਿਧਾਂਤਕ ਅਕੀਦਿਆਂ ਤੇ ਆਦਰਸ਼ਾਂ ਦੇ ਖੋਟ ਦਾ ਮਾਮਲਾ ਹੈ। ਪੰਜਵਾਂ, ਛਲ ਪੂਰਨ ਭਾਸ਼ਾ। ਸਾਇੰਸ ਨਾਲ ਜੁੜੀਆਂ ਅਮੂਰਤ ਵਿਚਾਰਾਂ ਵੰਨਗੀਆਂ ਸੋਚਣ ਦੇ ਅੰਤਰਮੁਖੀ ਰੂਪਾਂ ਨਾਲ ਬਹੁਤ ਹੀ ਭਿੰਨ ਹੁੰਦੀਆਂ ਹਨ। ਇਸ ਵਿਗਿਆਨਕ ਸੋਚਣੀ ਲਈ ਵਿਸ਼ੇਸ਼ ਭਾਸ਼ਾ ਪ੍ਰਬੰਧ ਦਰਕਾਰ ਹੁੰਦੀ ਹੈ। ਵਿਗਿਆਨ ਦੇ ਯੁੱਗ ਤੋਂ ਪੂਰਬਲੇ ਸਮਾਜਾਂ ਅੰਦਰ ਵੀ ਅਕਸਰ ਹੀ ਕੁਝ ਲੋਕ ਲਾਲਚੀ, ਧੋਖੇਬਾਜ਼ ਤੇ ਹਿੰਸਾਖੋਰੇ ਹੁੰਦੇ ਸਨ ਅਤੇ ਜ਼ਿਆਦਾਤਰ ਪੂਰਬ ਆਧੁਨਿਕ ਰਾਜ ਵੀ ਪੁੱਜ ਕੇ ਅਤਿਆਚਾਰੀ ਤੇ ਜ਼ਾਲਮ ਸਨ। ਪਰ ਆਧੁਨਿਕ ਯੁੱਗ ਤੋਂ ਪਹਿਲਾਂ ਵਿਅਕਤੀਆਂ ਤੇ ਰਾਜਾਂ ਵੱਲੋਂ ਆਪਣੀ ਅਸਲੀ ਖਸਲਤ ਨੂੰ ਛੁਪਾਉਣ ਤੇ ਆਪਣੇ ਨਾਪਾਕ ਮਨੋਰਥਾਂ ਨੂੰ ਹਾਸਲ ਕਰਨ ਲਈ ਭਾਸ਼ਾ ਦੇ ਹਥਿਆਰ ਦੀ ਇੰਨੀ ਨਿਪੁੰਨਤਾ ਨਾਲ ਵਰਤੋਂ ਨਹੀਂ ਕੀਤੀ ਜਾਂਦੀ ਸੀ। ਪਹਿਲੇ ਸਮਿਆਂ ਅੰਦਰ ਵੀ ਅਧਰਮੀ ਲੋਕ ਤੇ ਰਾਜ ਵੀ ਝੂਠ ਦਾ ਆਸਰਾ ਆਮ ਲੈਂਦੇ ਸਨ, ਪਰ ਉਹਨਾਂ ਦੀ ਆਪਣੇ ਅਸਲੀ ਮੰਤਵ ਤੇ ਕਾਰਵਾਈਆਂ ਉੱਤੇ ਧੋਖੇ ਦਾ ਪਰਦਾ ਪਾਉਣ ਦੀ ਸਮਰੱਥਾ ਸੀਮਤ ਹੁੰਦੀ ਸੀ। ਕਾਰਨ ਇਹ ਕਿ ਉਦੋਂ ਅਜੇ ਇਸ ਮੰਤਵ ਲਈ ਉਚੇਚੀ ਸੰਕੇਤਕ ਛਲ ਪੂਰਨ ਭਾਸ਼ਾ ਦਾ ਇਸਤੇਮਾਲ ਕਰਨ ਦਾ ਰਿਵਾਜ ਪ੍ਰਚਲਿਤ ਨਹੀਂ ਹੋਇਆ ਸੀ।
ਜਾਂ ਉਦੋਂ ਅਜੇ ਭਾਸ਼ਾ ਨੇ ਅਨੈਤਿਕ ਲੱਛਣ ਅਖਤਿਆਰ ਨਹੀਂ ਕੀਤਾ ਸੀ। ਚੰਗੇਜ਼ ਖਾਨ ਜਾਂ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਹਮਲਿਆਂ ਨੂੰ ਵਾਜਬ ਠਹਿਰਾਉਣ ਲਈ ਝੂਠੀ ਤੇ ਕਪਟ ਭਰੀ ਭਾਸ਼ਾ ਦੀ ਓਟ ਨਹੀਂ ਲਈ ਸੀ। ਉਹਨਾਂ ਦੇ ਸ਼ਬਦਾਂ ਤੇ ਅਮਲਾਂ ਵਿੱਚ ਵੱਡਾ ਪਾੜਾ ਨਹੀਂ ਸੀ ਹੁੰਦਾ। ਮੱਧ ਯੁੱਗ ਅੰਦਰ ਲੁੱਟ ਖੋਹ ਤੇ ਕਬਜ਼ੇ ਦੀ ਲਾਲਸਾ ਨਾਲ ਕੀਤੇ ਜਾਂਦੇ ਹਮਲਿਆਂ ਤੇ ਖੂਨ ਖਰਾਬਿਆਂ ਦੇ ਅਸਲੀ ਖਾਸੇ ਤੇ ਮੰਤਵਾਂ ਨੂੰ ਛੁਪਾਉਣ ਲਈ ਇਹਨਾਂ ਨੂੰ ਧੋਖੇ ਭਰੇ ਸੰਕੇਤਕ ਨਾ ਦੇਣ ਦੀ ਖੋਟੀ ਰੀਤ ਪ੍ਰਚਲਿਤ ਨਹੀਂ ਸੀ, ਪਰ ਵਿਗਿਆਨ ਮੁਖੀ ਕਲਚਰ ਨੇ ਸਦਾਚਾਰਕ ਨੂੰ ਸਿਰ ਪਰਨੇ ਖੜਾ ਕਰ ਦਿੱਤਾ ਹੈ। ਆਪਣੇ ਖਿਆਲਾਂ, ਮਨੋਰਥਾਂ ਤੇ ਕਾਰਵਾਈਆਂ ਦੇ ਅਸਲੀ ਖਾਸੇ ਨੂੰ ਛੁਪਾਉਣ ਲਈ ਬਨੌਟੀ ਤੇ ਛਲ ਭਰੀ ਭਾਸ਼ਾ ਦਾ ਉਪਯੋਗ ਕਰਨਾ ਵਿਗਿਆਨ ਮੁਖੀ ਕਲਚਰ ਦਾ ਉਗੜਵਾਂ ਲੱਛਣ ਬਣ ਗਿਆ ਹੈ। ਭਾਸ਼ਾ, ਵਿਗਿਆਨ ਅਤੇ ਨੈਤਿਕਤਾ ਦਾ ਆਪਸੀ ਗੂੜਾ ਰਿਸ਼ਤਾ ਸਥਾਪਿਤ ਹੋ ਗਿਆ ਹੈ। ਇਹ ਸ਼ੈਤਾਨ ਲੋਕਾਂ ਦੀ ਖੇਡ ਬਣ ਗਈ ਹੈ। ਅਲੰਕ੍ਰਿਤ ਭਾਸ਼ਾ ਦੀ ਵਰਤੋਂ ਦੇ ਜ਼ਰੀਏ ਹਕੀਕਤ ਨੂੰ ਮਨ ਚਾਹੇ ਅਰਥ ਪ੍ਰਦਾਨ ਕੀਤੇ ਜਾ ਸਕਦੇ ਹਨ। ਸ਼ਿੰਗਾਰੀ ਹੋਈ ਭਾਸ਼ਾ ਦੇ ਬਲਬੂਤੇ ਤਰਕ ਨੂੰ ਜਿਵੇਂ ਮਰਜ਼ੀ ਵਰਤ ਲਿਆ ਜਾਂ ਵਿਗਾੜ ਲਿਆ ਜਾਂਦਾ ਹੈ। ਭਾਸ਼ਾ ਨੂੰ ਰਾਜਸੀ ਤਕਾਜ਼ਿਆਂ ਦੇ ਅਨੁਕੂਲ ਢਾਲਿਆ ਜਾਂਦਾ ਹੈ। ਇਸ ਦੇ ਵਾਸਤੇ ਨਵੇਂ ਸ਼ਬਦ ਸਿਰਜੇ ਤੇ ਪ੍ਰਚਲਿਤ ਕੀਤੇ ਜਾਂਦੇ ਹਨ। ਢੁਕਵੀਂ ਪਰਿਭਾਸ਼ਕ ਤੇ ਸੰਕੇਤਕ ਸ਼ਬਦਾਵਲੀ ਇਜਾਦ ਕੀਤੀ ਜਾਂਦੀ ਹੈ। ਜਿਵੇਂ ਭਾਰਤ ਦੇ ਅਜੋਕੇ ਹਾਕਮਾਂ ਨੇ ਸਿੱਖਾਂ ਉੱਤੇ ਹਮਲੇ ਦੀਆਂ ਵਾਰਦਾਤਾਂ ਨੂੰ ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਵੁੱਡ ਰੋਜ਼, ਆਪਰੇਸ਼ਨ ਬਲੈਕ ਥੰਡਰ, ਆਪਰੇਸ਼ਨ ਰਕਸ਼ਕ ਆਦਿ ਫਰੇਬੀ ਨਾਂ ਦਿੱਤੇ ਸਨ ਅਤੇ ਇਹਨਾਂ ਹਮਲਿਆਂ ਦੀ ਵਾਜਬੀਅਤ ਦਰਸਾਉਣ ਲਈ ਸਿੱਖਾਂ ਨੂੰ ਅੱਤਵਾਦੀ, ਮੂਲਵਾਦੀ, ਦਹਿਸ਼ਤਗਰਦ, ਕੌਮ ਵਿਰੋਧੀ ਆਦਿ ਨਿੰਦਾ ਭਾਵੀ ਲਕਬਾਂ ਨਾਲ ਨਵਾਜਿਆ ਸੀ। ਦਿੱਲੀ ਅੰਦਰ ਨਵੰਬਰ 1984 ਵਿੱਚ ਸਿੱਖਾਂ ਦੇ ਕੀਤੇ ਗਏ ਸਮੂਹਿਕ ਕਤਲੇਆਮ ਦੀ ਪੜਤਾਲ ਕਰਨ ਲਈ ਜਦੋਂ 1985 ਵਿੱਚ ਮਿਸ਼ਰਾ ਕਮਿਸ਼ਨ ਨਿਯੁਕਤ ਕੀਤਾ ਗਿਆ ਤਾਂ ਹਿੰਦੂ ਹੱਤਿਆਰਿਆਂ ਨੇ ਕਮਿਸ਼ਨ ਅੱਗੇ ਝੂਠੀਆਂ ਗਵਾਹੀਆਂ ਭੁਗਤਾਉਣ ਦੇ ਮੰਤਵ ਨਾਲ ਕੁਝ ਫਰਜ਼ੀ ਜਥੇਬੰਦੀਆਂ ਖੜੀਆਂ ਕੀਤੀਆਂ, ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਰੱਖੇ ਗਏ ਸਨ: ਸਿਟੀਜ਼ਨਜ਼ ਫੋਰਮ ਆਫ ਟਰੁਥ ਭਾਵ ਸੱਚ ਵਾਸਤੇ ਨਾਗਰਿਕ ਮੰਚ, ਸਿਟੀਜ਼ਨਜ਼ ਕਮੇਟੀ ਫਾਰ ਪੀਸ ਐਂਡ ਹਾਰਮਨੀ ਭਾਵ ਅਮਨ ਤੇ ਇਕਸੁਰਤਾ ਲਈ ਨਾਗਰਿਕ ਕਮੇਟੀ ਅਤੇ ਨਾਗਰਿਕ ਸੁਰੱਖਿਆ ਸੰਮਤੀ ਆਦਿ। ਅਮਰੀਕਾ ਨੇ ਇਰਾਕ ਵਿਰੁੱਧ ਵਿੱਢੀ ਧਾੜਵੀ ਜੰਗ ਨੂੰ ਆਪਰੇਸ਼ਨ ਮਾਰੂਥਲ ਦਾ ਸੰਕੇਤਕ ਨਾਂ ਦਿੱਤਾ ਸੀ ਅਤੇ ਅਫਗਾਨਿਸਤਾਨ ਉੱਤੇ ਆਪਣਾ ਸਾਮਰਾਜੀ ਗਲਬਾ ਪਾਉਣ ਦੇ ਮੰਤਵ ਨਾਲ ਕੀਤੇ ਗਏ ਧਾੜਵੀ ਹਮਲੇ ਦਾ ਉਦੇਸ਼ ਜਮਹੂਰੀਅਤ ਬਹਾਲ ਕਰਨਾ ਦੱਸਿਆ ਗਿਆ ਸੀ। ਇਸੇ ਤਰ੍ਹਾਂ ਰਾਜੀਵ ਗਾਂਧੀ ਵੱਲੋਂ 1987 ਵਿੱਚ ਸ਼੍ਰੀਲੰਕਾ ਅੰਦਰ ਤਾਮਿਲਾਂ ਦੇ ਮੁਕਤੀ ਸੰਗਰਾਮ ਨੂੰ ਕੁਚਲਣ ਲਈ ਭੇਜੀ ਗਈ ਭਾਰਤੀ ਫੌਜ ਨੂੰ ਅਮਨ ਦੀ ਰਖਵਾਲੀ ਫੌਜ ਦਾ ਛਲਪੂਰਨ ਨਾਂ ਦਿੱਤਾ ਸੀ। ਛੱਤੀਸਗੜ੍ਹ ਅੰਦਰ ਮਾਓਵਾਦੀਆਂ ਦੀ ਅਗਵਾਈ ਹੇਠ ਆਦੀਵਾਸੀਆਂ ਦੁਆਰਾ ਲੜੀ ਜਾ ਰਹੀ ਹੱਕੀ ਜੱਦੋ-ਜਹਿਦ ਨੂੰ ਹਕੂਮਤੀ ਜ਼ਬਰ ਤੇ ਦਹਿਸ਼ਤ ਨਾਲ ਕੁਚਲਣ ਦੇ ਇਰਾਦੇ ਤਹਿਤ ਭਾਰਤੀ ਸਟੇਟ ਵੱਲੋਂ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਜ਼ਬਰਦਸਤੀ ਉਜਾੜ ਕੇ ਕੈਂਪਾਂ ਅੰਦਰ ਇਕੱਠੇ ਕਰਨ ਦੇ ਵਹਿਸ਼ੀਕਾਰੇ ਨੂੰ ਲੋਕਾਂ ਦੇ ਮੁੜ ਵਸੇਬੇ ਦਾ ਧੋਖੇ ਭਰਿਆ ਨਾਂ ਦਿੱਤਾ ਜਾ ਰਿਹਾ ਹੈ। ਹਿਟਲਰ ਨੇ ਯਹੂਦੀਆਂ ਦੇ ਸਮੂਹਿਕ ਕਤਲੇਆਮ ਨੂੰ ਅੰਤਮ ਹੱਲ ਫਾਈਨਲ ਸੋਲਿਊਸ਼ਨ ਦਾ ਸੰਕੇਤਕ ਨਾਂ ਬਖਸ਼ਿਆ ਸੀ ਅਤੇ ਯਹੂਦੀਆਂ ਦਾ ਗੈਸ ਚੈਂਬਰਾਂ ਵਿੱਚ ਲਿਜਾ ਕੇ ਸਮੂਹਿਕ ਤੌਰ ਤੇ ਖਾਤਮਾ ਕਰ ਦੇਣ ਦੀ ਦਰਿੰਦਗੀ ਨੂੰ ਫੁਹਾਰਾ ਇਸ਼ਨਾਨ ਸ਼ਾਵਰ ਬਾਥ ਕਰਾਉਣਾ ਕਿਹਾ ਜਾਂਦਾ ਸੀ। ਅਮਰੀਕਾ ਨੇ ਦੂਜੇ ਮਹਾਯੁੱਧ ਦੇ ਅੰਤਲੇ ਪਲਾਂ ਵਿੱਚ ਜਾਪਾਨ ਦੇ 2 ਘੁੱਗ ਵਸਦੇ ਸ਼ਹਿਰਾਂ ਨਾਗਾਸਾਕੀ ਤੇ ਹਿਰੋਸ਼ੀਮਾ ਉੱਤੇ ਜੋ ਐਟਮ ਬੰਬ ਸੁੱਟੇ ਸਨ, ਉਹਨਾਂ ਦੇ ਸੰਕੇਤਕ ਨਾਂ ਕਰਮਵਾਰ, ਲਿਟਲ ਬੁਆਏ, ਨੰਨਾ ਮੁੰਨਾ ਤੇ ਫੈਟ ਮੈਨ ਮੋਟੂ ਰੱਖੇ ਸਨ। ਮੱਧ ਯੁੱਗ ਦੀਆਂ ਜੰਗਾਂ ਨੂੰ ਵਹਿਸ਼ੀਪੁਣੇ ਦਾ ਨਾਂ ਦੇਣ ਵਾਲੇ ਆਧੁਨਿਕਤਾ ਦੇ ਪੈਰੋਕਾਰਾਂ ਨੇ ਆਧੁਨਿਕ ਜੰਗਾਂ ਨੂੰ ਵਾਜਬ ਠਹਿਰਾਉਣ ਲਈ ਇਹਨਾਂ ਨੂੰ ਸੱਭਿਅਕ ਜੰਗਾਂ ਦੀ ਮਨੋਹਰ ਸੰਗਿਆ ਦੇ ਦਿੱਤੀ ਹੈ। ਮੱਧ ਯੁੱਗ ਦੇ ਜੰਗਬਾਜ਼ਾਂ ਨੂੰ ਭਾਸ਼ਾ ਦੀ ਇਹ ਚਤੁਰਾਈ ਨਹੀਂ ਸੀ ਆਉਂਦੀ। ਉਦੋਂ ਜੰਗਾਂ ਵਿੱਚ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਲਈ ਅਜੇ ਕੋਲੈਟਰਲ ਡੈਮੇਜ ਵਰਗੀ ਸੁਸ਼ੀਲ ਟਰਮ ਇਜਾਦ ਨਹੀਂ ਕੀਤੀ ਗਈ ਸੀ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 239 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।